ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹਲਾ ਪੰਜਵਾ। ਛੰਤ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਸੁੰਦਰ ਸਾਤ ਦਇਆਲ ਪ੍ਰਭ ਸਰਬ ਸੁਖਾ ਨਿਧ ਪੀਓ। ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੋ ਜੀਓ। ਸੁੰਦਰ ਸਾਤ ਦਇਆਲ ਪ੍ਰਭ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੋਮ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਬਿਲਾਵਲ ਰਾਗ ਦੇ ਅੰਦਰ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਛੰਤ ਸ਼ੰਤ ਬਾਣੀ ਦੁਆਰਾ ਵਾਹਿਗੁਰੂ ਜੀ ਦਾ ਮੰਗਲ ਜਸ ਕਥਨ ਕਰਦੇ ਨੇ। ਮੰਗਲਦਾਇਕ ਖੁਸ਼ੀਆਂ ਦੀ ਵੰਡਣ ਵਾਲੀ ਗੁਰਬਾਣੀ ਉਚਾਰ ਰਹੇ ਹਨ। ਇੱਕ ਓੰਕਾਰ ਇੱਕ ਅਦੁੱਤੀ ਪਰਮਾਤਮਾ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ਼ਲੋਕ। ਮਹਾਰਾਜ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਪਾਵਨ ਸ਼ਲੋਕ ਜੋ ਛੰਦ ਦਾ ਨਾਮ ਹੈ ਉਚਾਰਨ ਕਰ ਰਹੇ ਨੇ। ਸੁੰਦਰ ਸਾਤ ਦਇਆਲ ਪ੍ਰਭ। ਇਹ ਭਾਈ ਜੋ ਸਤ ਚਿਤ ਆਨੰਦ ਸਰੂਪ ਹੋਣ ਕਰਕੇ ਸੁੰਦਰ ਸੋਹਣਾ ਸਾਰੀਆਂ ਵਾਸ਼ਨਾਵਾਂ ਤੋਂ ਰਹਿਤ ਹੋਣ ਕਰਕੇ ਸ਼ਾਂਤੀ ਸਰੂਪ ਅਤੇ ਦਇਆ ਦਾ ਘਰ ਸਰਬ ਕਲਾ ਸਮਰੱਥ ਪਰਮੇਸ਼ਰ ਹੈ। ਸਰਬ ਸੁਖਾ ਨਿਧ ਪੀਓ। ਉਹ ਸਾਰੇ ਸੁੱਖਾਂ ਆਨੰਦਾਂ ਦਾ ਸਮੁੰਦਰ ਜਾਂ ਖਜ਼ਾਨਾ ਅਤੇ ਸਭਨਾਂ ਦਾ ਪੀਓ ਪਤੀ ਸੁਆਮੀ ਮਾਲਕ ਹੈ। ਸੁਖ ਸਾਗਰ ਪ੍ਰਭ ਭੇਟਿਐ। ਉਸ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਨਾਲ ਮਿਲਣੇ ਕਰਕੇ ਨਾਨਕ ਸੁਖੀ ਹੋਤ ਇਹੋ ਜੀਓ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਹੜਾ ਜੀਵ ਹਿਰਦਾ ਹੈ ਇਹ ਆਨੰਦਿਤ ਹੁੰਦਾ ਹੈ। ਛੰਤ ਸ਼ੰਤ ਸ਼ਬਦ ਉਚਾਰ ਰਹੇ ਨੇ। ਸੁਖ ਸਾਗਰ ਪ੍ਰਭ ਪਾਈਐ। ਇਹ ਭਾਈ ਸੁੱਖਾਂ ਦਾ ਸਮੁੰਦਰ ਪਰਮਾਤਮਾ
ਤਦੋਂ ਹੀ ਪਾਈਦਾ ਹੈ। ਜਬ ਹੋਵੈ ਭਾਗੋ RAM, ਜਦੋਂ ਸ੍ਰੇਸ਼ਟ ਕਰਮ ਉਹਦੇ ਹੁੰਦੇ ਹਨ, RAM ਹੀ ਭਾਈ ਇਸੇ ਪ੍ਰਕਾਰ ਸੁਖ ਸਾਗਰ ਪ੍ਰਭ ਪਾਈਐ। ਸੁਖਾਂ ਦਾ ਸਮੁੰਦਰ ਪਰਮੇਸ਼ਰ ਪੂਰਨ ਗੁਰਾਂ ਦੁਆਰਾ ਪਾਉਣਾ ਕਰੀਦਾ ਹੈ। ਜਬ ਹੋਵੈ ਭਾਗੋ RAM, ਪਰੰਤੂ ਪੂਰਨ ਗੁਰੂ ਉਦੋਂ ਮਿਲਦਾ ਹੈ ਜਦੋਂ ਪੂਰਬਲੇ ਕੀਤੇ ਨਿਸ਼ਕਾਮ ਕਰਮ ਫਲ ਦੇਣ ਵਾਸਤੇ ਸਨਮੁਖ ਹੁੰਦੇ ਹਨ। ਮਾਨਨ ਮਾਨ ਵੰਜਾਈਐ। ਇਹ ਮਾਣ ਵਾਲੀਏ ਜੀਵ ਰੂਪ ਇਸਤਰੀਏ, ਤੂੰ ਆਪਣੇ ਸਾਧਨਾਂ ਦਾ ਹੰਕਾਰ ਦੂਰ ਕਰ ਦੇ। ਭਾਵ ਮੇਰੇ ਵਰਗਾ ਕਿਸੇ ਨੂੰ ਵੈਰਾਗ ਨਹੀਂ ਹੈ, ਮੇਰੇ ਵਰਗਾ ਕੋਈ ਵਿਵੇਕੀ ਨਹੀਂ ਹੈ, ਮੇਰੇ ਵਰਗਾ ਕੋਈ ਖੱਟ ਸੰਮਤੀ ਵਾਲਾ ਨਹੀਂ ਹੈ। ਇਤਿਆਦਿ ਸਾਧਨਾਂ ਦਾ ਮਾਣ ਦੂਰ ਕਰ ਦੇ। ਇਸੇ ਪ੍ਰਕਾਰ ਮਾਨਨ ਮਾਨ ਵੰਜਾਈਐ। ਇਹ ਗੁਣਾਂ ਦਾ ਮਾਣ ਕਰਨ ਵਾਲੀ ਜਗਿਆਸੂ ਰੂਪ ਇਸਤਰੀ ਹੈ, ਆਪਣੇ ਦਿਲ ਵਿੱਚੋਂ ਗੁਣਾਂ ਦਾ ਮਾਣ ਗਵਾਉਣਾ ਕਰ। ਹਰ ਚਰਣੀ ਲਾਗੂ RAM, ਤੇ ਫਿਰ ਹੀ ਰਮੇ ਹੋਏ ਹਰੀ ਪਰਮੇਸ਼ਰ ਦੇ ਚਰਨੀ ਚਿੱਤ ਲੱਗਦਾ ਹੈ, ਜਾਂ ਹਰੀ ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ 'ਚ ਲੱਗਣਾ ਕਰ। ਛੋੜ ਸਿਆਨਪ ਚਾਤਰੀ, ਬੁੱਧੀ ਦੀ ਚਤੁਰਾਈ ਤੇ ਵਾਕਾਂ ਦੀ ਚਲਾਕੀ ਛੱਡ ਦੇ, ਤਿਆਗ ਦੇ। ਦੁਰਮਤ ਬੁੱਧ ਤਿਆਗੂ RAM, ਹਰ ਹੇ ਸਖੀ ਖੋਟੀ ਸਿੱਖਿਆ ਨੂੰ ਬੁੱਧੀ ਦੇ ਅੰਦਰੋਂ ਛੱਡ ਦੇ, ਜਾਂ ਖੋਟੇ ਪੁਰਖਾਂ ਦੀ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਅਕਲ ਹੈ, ਉਸ ਨੂੰ ਬੁੱਧੀ ਅੰਦਰ ਧਾਰਨ ਕਰਨਾ ਛੱਡ ਦੇ। RAM ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਖੋਟੇ ਪੁਰਖਾਂ ਦੀ ਖੋਟੀ ਸਿੱਖਿਆ ਨੂੰ ਬੁੱਧੀ ਦੇ ਅੰਦਰੋਂ ਤਿਆਗ ਦੇਣਾ ਕਰ। ਨਾਨਕ ਪਉ ਸਰਣਾਈ RAM ਰਾਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਸਖੀ ਪ੍ਰਕਾਸ਼ ਰੂਪ ਪਰਮੇਸ਼ਰ ਦੀ ਓਟ ਵਿੱਚ ਪੈਣਾ ਕਰ। ਥਿਰ ਹੋਏ ਸੁਹਾਗੋ RAM, ਫਿਰ ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਤੇਰਾ ਜਿਹੜਾ ਸੁਹਾਗੋ ਆਨੰਦ ਹੈ ਉਹ ਅਸਥਿਤ ਹੋਵੇਗਾ। ਭਾਵ ਤੈਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋ ਜਾਵੇਗਾ, ਜੋ ਕਦੇ ਵੀ ਨਾਸ਼ ਨਹੀਂ ਹੋਵੇਗਾ। ਸੋ ਪ੍ਰਭ ਤਜ ਕਤ ਲਾਗੀਐ। ਉਸ ਪਤੀ ਪਰਮੇਸ਼ਰ ਨੂੰ ਤਿਆਗ ਕੇ ਛੱਡ ਕੇ ਕਾਹਦੇ ਲਈ ਦੇਵੀ ਦੇਵਤਿਆਂ ਦੀ ਉਪਾਸਨਾ 'ਚ ਲੱਗੀ ਫਿਰਦੀ ਹੈ। ਜਿਸ ਬਿਨ ਮਰ ਜਾਈਐ RAM, ਰਾਮ ਹੈ ਸਖੀ ਜਿਸ ਪਤੀ ਪਰਮੇਸ਼ਰ ਦੀ ਚੇਤਨ ਸਤਾ ਤੋਂ ਬਿਨਾ ਮਰ ਜਾਣਾ ਕਰੀਦਾ। ਭਾਵ ਪਰਮੇਸ਼ਰ ਦੀ ਚੇਤਨ ਸਤਾ ਨਿਕਲਣ ਤੋਂ ਸਰੀਰ ਮੁਰਦਾ ਹੋ ਜਾਂਦਾ ਹੈ। ਜਾਂ ਹੀ ਭਾਈ ਉਸ ਪਰਮੇਸ਼ਰ ਨੂੰ ਤਿਆਗ ਕੇ ਪਾਸ਼ਾ ਫਰਮਾਉਂਦੇ ਨੇ, ਸੋ ਪ੍ਰਭ ਤਜ ਕਤ ਜਾਈ ਲਾਗੀਐ। ਉਸ ਪਰਮੇਸ਼ਰ ਨੂੰ ਤਿਆਗ ਕੇ ਕਿਸ ਪ੍ਰਕਾਰ ਹੋਰਨਾਂ ਦੇਵੀ ਦੇਵਤਿਆਂ ਦੀ ਸੇਵਾ 'ਚ ਲੱਗਣਾ ਕਰੀਏ। ਜਿਸ ਬਿਨ ਮਰ ਜਾਈਐ RAM, ਜਿਸ ਪਰਮੇਸ਼ਰ ਤੋਂ ਬਿਨਾ ਮਰ ਹੀ ਜਾਈਦਾ ਹੈ। ਲਾਜ ਨ ਆਵੈ ਅਗਿਆਨ ਮਤੀ। ਇਹ ਗਿਆਨ ਤੋਂ ਮਤੀ ਅਕਲ ਵਾਲੀਏ ਹੀਣੀਏ, ਗਿਆਨ ਤੋਂ ਹੀਣੀ ਅਕਲ ਵਾਲੀਏ, ਤੈਨੂੰ ਪਰਉਪਕਾਰ ਜਿਹੜੇ ਪਰਉਪਕਾਰੀ ਗੁਰੂ ਹਨ ਪਰਮੇਸ਼ਰ ਨੂੰ ਛੱਡ ਕੇ ਦੁਰਜਨ ਬਿਰਮਾਈਐ RAM, ਪਰਉਪਕਾਰੀ ਗੁਰਾਂ ਨੂੰ ਛੱਡ ਕੇ ਪਰਮੇਸ਼ਰ ਨੂੰ ਛੱਡ ਕੇ ਤੈਨੂੰ ਲਾਜ ਸ਼ਰਮ ਨਹੀਂ ਆਉਂਦੀ। ਰਾਮ ਹੈ ਸਖੀ ਤੂੰ ਹਰ ਵਕਤ ਖਾਂਦੀ ਤਾਂ ਗੁਰੂ ਦਾ ਹੈ ਤੇ ਰਹਿੰਦੀ ਤੂੰ ਗੁਰੂ ਘਰ ਹੈ। ਪਰਮਾਤਮਾ ਦਾ ਦਿੱਤਾ ਸਰੀਰ ਤੂੰ ਸੁੱਖ ਲੈ ਰਹੀ ਹੈ, ਘਰ ਪਰਿਵਾਰ ਵਾਹਿਗੁਰੂ ਵੱਲੋਂ ਸਭ ਕੁਝ ਲੈ ਰਹੀ ਹੈ, ਪਰ ਤੂੰ ਭੱਜੀ ਫਿਰਦੀ ਹੈ ਦੇਵੀ ਦੇਵਤਿਆਂ ਵੱਲ, ਖੋਟੇ ਪੁਰਖਾਂ ਦੀ ਕੋਈ ਸੰਗਤ ਵੱਲ, ਕਾਮ ਆਦਿਕ ਵਿਕਾਰਾਂ 'ਚ ਹੀ ਆਪਣਾ ਚਿੱਤ ਪਰਚਾਉਣਾ ਕੀਤਾ ਹੋਇਆ ਹੈ। ਰੱਬ ਦੇ ਨਾਮ 'ਚ ਚਿੱਤ ਲਾਇਆ ਹੀ ਨਹੀਂ। ਜਿਨ੍ਹਾਂ ਦੀ ਕੋਈ ਸੰਗਤ ਸਦਕਾ
ਤੂੰ ਜੂਨਾਂ 'ਚ ਭਰਮ ਦੀ ਆਈ ਹੈ, ਤੂੰ ਫਿਰ ਉਸੇ ਹੀ ਕੰਮ 'ਚ ਪਈ ਹੋਈ ਹੈ, ਜੰਮਣ ਮਰਨ ਦੇ ਚੱਕਰ 'ਚ ਘੁੰਮੇਂਗੀ। ਇਸੇ ਪ੍ਰਕਾਰ ਲਾਜ ਨਾ ਆਵੈ ਅਗਿਆਨ ਮਤੀ। ਇਹ ਅਗਿਆਤ ਬੁੱਧੀਏ, ਤੈਨੂੰ ਸ਼ਰਮ ਨਹੀਂ ਆਉਂਦੀ ਹੈ। ਦੁਰਜਨ ਬਿਰਮਾਈਐ RAM। ਜੋ ਤੂੰ ਰਾਮ ਪਰਮੇਸ਼ਰ ਦਾ ਸਿਮਰਨ ਤਿਆਗ ਕੇ ਖੋਟੇ ਪੁਰਖਾਂ ਜਾਂ ਖੋਟੇ ਕਾਮ ਆਦਿਕ ਵਿਕਾਰਾਂ 'ਚ ਪਰਚ ਰਹੀ ਹੈ, ਜਿਨ੍ਹਾਂ ਦੀ ਕੁਸੰਗਤ ਸਦਕਾ ਤੂੰ ਜੂਨਾਂ ਵਿੱਚ ਭਰਮ ਦੀ ਆਈ ਹੈ। ਪਤਿਤ ਪਾਵਨ ਪ੍ਰਭ ਤਿਆਗ ਕਰੇ। ਜੋ ਪਤੀ ਪਰਮੇਸ਼ਰ ਪਾਪੀ ਪੁਰਖਾਂ ਨੂੰ ਪਵਿੱਤਰ ਕਰਨ ਵਾਲਾ ਹੈ, ਉਸ ਨੂੰ ਤੂੰ ਛੱਡ ਦੇਣਾ ਕਰਿਆ ਹੈ। ਕਾਹੋ ਕਤ ਠਹਿਰਾਈਐ RAM। ਦੱਸੋ ਖਾਂ ਹੁਣ ਤੂੰ ਕਿੱਥੇ ਸਥਿਤ ਹੋ ਕੇ ਠਹਿਰਨਾ ਕਰੇਂਗੀ, ਜਾਂ ਤੂੰ ਰਾਮ ਪਰਮੇਸ਼ਰ ਨੂੰ ਛੱਡ ਕੇ ਕਿੱਥੇ ਆਪਣੇ ਚਿੱਤ ਨੂੰ ਟਿਕਾਉਣਾ ਕਰੇਂਗੀ। ਭਾਵ ਕਿਤੇ ਵੀ ਅਸਥਿਤ ਕਰਕੇ ਨਹੀਂ ਰੱਖ ਸਕਦੀ। ਨਾਨਕ ਭਗਤ ਭਾਉ ਕਰ ਦਇਆਲ ਕੀ। ਸਤਿਗੁਰੂ ਮਹਾਰਾਜ ਸਾਹਿਬ ਫਰਮਾਨ ਕਰਦੇ ਨੇ ਕਿ ਹੇ ਸਖੀ, ਦਇਆ ਦੇ ਘਰ ਪਤੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਿਆ ਕਰ। ਜੀਵਨ ਪਦ ਪਾਈਐ RAM। ਰਾਮ ਹੇ ਸਖੀ, ਫਿਰ ਤੂੰ ਜੀਵਨ ਮੁਕਤੀ ਦੀ ਪਦਵੀ ਨੂੰ ਪ੍ਰਾਪਤ ਕਰ ਲਵੇਂਗੀ। ਭਾਵ ਚੇਤਨ ਬ੍ਰਹਮ ਦਾ ਹੀ ਰੂਪ ਹੋ ਜਾਵੇਂਗੀ। ਸ੍ਰੀ ਗੋਪਾਲ ਨਾ ਉਚਰਹਿ ਬਲ ਗਈਐ। ਸੋ ਇਹ ਗੱਲਾਂ ਵਾਲੀਏ, ਤੂੰ ਗੱਲਾਂ ਤਾਂ ਬਹੁਤ ਕਰਦੀ ਹੈ। ਤੂੰ ਸ੍ਰੀ ਸ਼੍ਰੋਮਣੀ ਤੇ ਗੋ ਪ੍ਰਿਥਵੀ ਦੇ ਪਾਲ ਪਾਲਕ, ਜੋ ਰਮਿਆ ਹੋਇਆ ਪਰਮੇਸ਼ਰ ਹੈ, ਉਹਨੂੰ ਉਚਾਰਦੀ ਹੋਈ ਨਹੀਂ ਹੈ। ਹੇ ਬਲ ਸੜ ਬਲ ਗਈਏ, ਈਰਖਾ ਨਿੰਦਿਆ ਵੈਰ ਵਿਰੋਧ ਚੀਜ਼ ਤੂੰ ਸੜੀ ਰਹਿੰਦੀ ਹੈ। ਕਈਆਂ ਦਾ ਸੁਭਾਅ ਹੁੰਦਾ ਆਪਣੇ ਆਪ ਵਿੱਚ ਹੀ ਰਿੱਝਦੇ ਰਹਿਣਾ, ਤੇ ਮੱਥੇ ਤੇ 12 ਹੀ ਵੱਜੇ ਰਹਿੰਦੇ ਨੇ। ਚੰਗਾ ਭਲਾ ਹੱਸਦਾ ਖੇਡਦਾ ਬੰਦਾ ਮੱਥੇ ਲਾ ਕੇ ਉਹਦਾ ਵੀ ਸੁਭਾਅ ਖਰਾਬ ਹੋ ਜਾਂਦਾ। ਤੋ ਇਸ ਲਈ ਦੋਹ ਚਾਰਨ ਰਸਨਾ RAM। ਇਹ ਖੋਟੇ ਆਚਾਰਾਂ ਵਾਲੀਏ, ਗੱਲਾਂ ਕਰਨ ਵਾਲੀਏ ਜ਼ਬਾਨੇ, ਇਹ ਰਸਾਂ ਦੇ ਵਿੱਚ ਫਸੀ ਹੋਈ ਰਸਨਾ, ਤੂੰ ਨਿੰਦਿਆ ਚੁਗਲੀ ਈਰਖਾ ਰੂਪੀ ਅੱਗ 'ਚ ਸਾੜੀ ਗਈ ਹੈ। ਇਹ ਸੜ ਜਾਣੀਏ। ਤੂੰ ਸ਼੍ਰੋਮਣੀ ਪ੍ਰਿਥਵੀ ਦੇ ਪਾਲਕ ਰਮੇ ਹੋਏ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਉਚਾਰਨ ਕਰਦੀ? ਇਹ ਰਸਨਾ ਨੂੰ ਉਪਦੇਸ਼ ਹੈ। ਪ੍ਰਭ ਭਗਤ ਵਛਲ ਨਾਹ ਸੇਵਹੀ। ਜੋ ਪਰਮੇਸ਼ਰ ਭਗਤੀ ਕਰਨ ਵਾਲੇ ਭਗਤਾਂ ਨਾਲ ਪਿਆਰ ਕਰਨ ਵਾਲਾ, ਉਸ ਨੂੰ ਤੂੰ ਕਦੇ ਵੀ ਸਿਮਰਨਾ ਨਹੀਂ ਕਰਦੀ। ਕਾਇਆ ਕਾਕ ਗਰਸਨਾ RAM। ਇਸ ਲਈ ਹੇ ਦੇਈਏ, ਤੂੰ ਕਾਮ ਆਦਿ ਕਾਮਾਂ ਦੀ ਗ੍ਰਸੀ ਹੋਈ ਪਕੜੀ ਹੋਈ ਹੈ। ਭ੍ਰਮ ਮੋਹੀ ਦੁਖ ਨਾ ਜਾਣਹੀ। ਤੂੰ ਭਰਮ ਅਤੇ ਮੋਹ ਦੇ ਵਿੱਚ ਲੱਗੀ ਹੋਈ ਹੈ, ਤੇ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਉਹਨੂੰ ਤੂੰ ਨਹੀਂ ਜਾਣਦੀ ਹੈ। ਸੋ ਭਰਮ ਦੇ ਵਿੱਚ ਹੀ ਮੋਹੀ ਹੋਈ ਹੈ। ਕੋਟ ਜੋਨੀ ਬਸਨਾ RAM। ਪ੍ਰਭ ਭਗਤ ਵਛਲ ਨਹਿ ਸੇਵਹੀ। ਜੋ ਪਰਮੇਸ਼ਰ ਭਗਤੀ ਕਰਨ ਵਾਲੇ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ, ਉਸ ਨੂੰ ਤੂੰ ਕਦੀ ਵੀ ਸਿਮਰਨਾ ਨਹੀਂ ਕਰਦੀ। ਕਾਇਆ ਕਾਕ ਗਰਸਨਾ RAM। ਇਸ ਲਈ ਕਾਇਆ ਨਾਮ ਹੈ ਦੇਹ ਦਾ। ਇਹ ਦੇਈਏ, ਤੂੰ ਕਾਮ ਆਦਿਕ ਕਾਮਾਂ ਦੀ ਗ੍ਰਸੀ ਹੋਈ ਪਕੜੀ ਹੋਈ ਹੈ। ਤੈਨੂੰ ਕਾਲ ਰੂਪੀ ਕਾਂ ਨੇ ਖਾ ਜਾਣਾ ਹੈ। ਪਰ ਲੋਕ ਦੇ ਵਿੱਚ ਡੋਡਰ ਕਾਮਾਂ ਪਾ ਵੱਡੇ ਵੱਡੇ ਕਾਮਾਂ ਨੇ ਤੇਰੀ ਦੇਹ ਗਰਸ ਜਾਣੀ ਹੈ। ਭਾਈ ਬੰਨੂ ਵਾਲੀ ਬੀੜ 'ਚ ਪਾਠ ਕਾਇਆ ਕਾਲ ਗ੍ਰਸਨਾ RAM ਹੈ। ਹੇ ਕਾਲ, ਹੇ ਕਾਇਆ, ਤੈਨੂੰ ਕਾਲ ਨੇ ਗ੍ਰਸ ਲੈਣਾ ਹੈ। ਭ੍ਰਮ ਮੋਹੀ ਦੁਖ ਨਾ ਜਾਣਹੀ। ਇਹ ਦੇਹੀ, ਤੂੰ ਸੱਚ ਸਰੂਪ ਨੂੰ ਭੁਲਾ ਕੇ
ਭਰਮ ਕਾਰਨ ਉਲਟ ਕੇ ਮੋਹ ਦੇ ਵਿੱਚ ਪੈ ਗਈ ਹੈ ਜਾਂ ਭਰਮ ਦੇ ਵਿੱਚ ਮੋਹਿਤ ਹੋ ਗਈ ਹੈ। ਤੂੰ ਦੁੱਖ ਨਾ ਜਾਣਹੀ। ਮਰਨ ਤੋਂ ਬਾਅਦ ਦਾ ਜਿਹੜਾ ਪਰਲੋਕ ਦਾ ਦੁੱਖ ਹੈ, ਯਮਾਂ ਦੀ ਰਸਤੇ ਦਾ ਦੁੱਖ ਹੈ, ਜੰਮਣ ਤੇ ਮਰਨ ਦਾ ਦੁੱਖ ਹੈ, ਇਹਨਾਂ ਨੂੰ ਤੂੰ ਜਾਣਦੀ ਵੀ ਨਹੀਂ ਹੈ, ਟੇਚੀ ਜਾਣਿਆ ਹੋਇਆ ਹੈ। ਕਈ ਕਹਿੰਦੇ ਵੀ ਐਵੇਂ ਗੱਲਾਂ ਹੀ ਬਣਾਈਆਂ ਹੋਈਆਂ ਨੇ ਡਰਪੋਕ ਬੰਦਿਆਂ ਨੇ। ਕੋਟ ਜੋਨੀ ਬਸਨਾ ਰਾਮ। ਰਾਮ ਪਰਮੇਸ਼ਰ ਪ੍ਰਾਪਤੀ ਤੋਂ ਬਿਨਾਂ ਕਰੋੜਾਂ ਹੀ ਜੂਨਾਂ ਦੇ ਵਿੱਚ ਵਸਣਾ ਜਾਣਾ ਹੁੰਦਾ ਹੈ। ਨਾਨਕ ਬਿਨ ਹਰ ਅਵਰ ਜੇ ਚਾਹਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹਰੀ ਪਰਮੇਸ਼ਰ ਦੇ ਨਾਮ ਜਾਂ ਹਰੀ ਤੋਂ ਬਿਨਾਂ ਜਿਹੜੀ ਹੋਰ ਇੱਛਾ ਕਰਨੀ ਹੈ ਜਾਂ ਹੋਰ ਪਦਾਰਥਾਂ ਦੀ ਚਾਹਨਾ ਮੰਗਣਾ ਕਰਨਾ ਹੈ, ਇਸ ਕਰਕੇ ਬਿਸ਼ਟਾ ਕ੍ਰਿਮ ਭਸਮਾ ਰਾਮ। ਰਾਮ ਹੀ ਭਾਈ ਜੀਵ ਗੰਦਗੀ ਦਾ ਕਿਰਮ ਕੀੜਾ ਤੇ ਭਸਮਾ ਸਵਾਹ ਹੁੰਦਾ ਰਹਿੰਦਾ ਹੈ, ਜਾਂ ਜੀਵ ਦੇ ਲਾਹਣਤਾਂ ਨੂੰ ਸਵਾਹ ਪੈਂਦੀ ਹੈ, ਜਾਂ ਪਰਲੋਕ ਵਿੱਚ ਨਰਕਾਂ ਰੂਪ ਖਾਕ ਪੈਂਦੀ ਹੈ, ਪਾਪ ਪਰਲੋਕ ਵਿੱਚ ਸਜ਼ਾ ਮਿਲਦੀ ਹੈ। ਇਸੇ ਪ੍ਰਕਾਰ ਬਿਸ਼ਟਾ ਕ੍ਰਿਮ ਭਸਮਾ ਰਾਮ। ਜਿਵੇਂ ਵਿਸ਼ਟਾ ਦੇ ਕੀੜੇ ਵਿਸ਼ਟਾ ਵਿੱਚ ਪੈ ਕੇ ਖੁਸ਼ ਰਹਿੰਦੇ ਨੇ, ਇਸੇ ਤਰ੍ਹਾਂ ਜੀਵ ਪਹਿਲਾਂ ਮਾਤਾ ਦੇ ਗਰਭ ਰੂਪ ਵਿਸ਼ਟਾ ਦਾ ਕੀੜਾ ਹੈ। ਇਸ ਲੋਕ ਦੇ ਵਿੱਚ ਜਿੱਥੋਂ ਨਿਕਲਿਆ ਉੱਥੇ ਹੀ ਚਿੱਤ ਲਾਇਆ ਹੋਇਆ ਹੈ ਤੇ ਭਾਗਮੁਖ ਜਨਮ ਵਿਗੋਇਆ। ਇਸ ਲੋਕ ਦੇ ਵਿੱਚ ਵੀ ਵਿਸ਼ਿਆਂ ਦਾ ਵਿਸ਼ਟਾ ਦਾ ਕੀੜਾ ਬਣਿਆ ਰਹਿੰਦਾ ਤੇ ਅੱਗੇ ਪਰਲੋਕ ਦੇ ਵਿੱਚ ਵੀ ਜੀਵ ਸੋ ਨਰਕਾਂ ਰੂਪੀ ਵਿਸ਼ਟਾ ਦਾ ਕੀੜਾ ਬਣ ਕੇ ਉਹਦੇ 'ਚ ਡਿੱਗੇਗਾ, ਲਾਹਣ ਦਾ ਰੂਪ ਸਵਾਹ ਪਏਗੀ। ਲਾਏ ਬਿਰਹੋ ਭਗਵੰਤ ਸੰਗੇ। ਪਰਮੇਸ਼ਰ ਦੇ ਨਾਲ ਪ੍ਰੇਮ ਲਗਾਉਣਾ ਕਰ। ਬਿਰਹ ਆਖੀ ਹੈ, ਬਿਰਹ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੂ ਨ ਉਪਜੈ, ਸੋ ਤਨ ਜਾਣ ਮਸਾਣ। ਹੋਏ ਮਿਲ ਬੈਰਾਗਣ ਰਾਮ। ਰਾਮ ਹੀ ਭਾਈ ਵੈਰਾਗ ਦੇ ਸਹਿਤ ਹੋ ਕੇ ਵਾਹਿਗੁਰੂ ਦੇ ਨਾਲ ਮਿਲਣਾ ਕਰ। ਚੰਦਨ ਚੀਰ ਸੁਗੰਧ ਰਸਾ। ਸਰੀਰ ਉੱਤੇ ਚੰਦਨ ਸੁਗੰਧਿਤ ਪਦਾਰਥ ਮਲਨੇ, ਸੋਹਣੇ ਬਸਤਰ ਖੁਸ਼ਬੂ ਵਾਲੇ ਅਤਰ ਫੁਲੀਲ ਮਲਨੇ, ਰਸਾਂ ਕਸਾਂ ਨੂੰ ਖਾਣਾ। ਹਉ ਮੈਂ ਬਿਖ ਤਿਆਗਨ ਰਾਮ। ਇਹ ਭਾਈ ਹੰਗਤਾ ਮਮਤਾ ਤੇ ਵਿਸ਼ਿਆਂ ਨੂੰ ਭੋਗਣ ਦੀ ਇੱਛਾ ਹੋਣੀ, ਇਹ ਤਿਆਦਕ ਸਭ ਕੁਝ ਛੱਡ ਦੇਣਾ ਕਰ। ਇਸੇ ਪ੍ਰਕਾਰ ਚੰਦਨ ਚੀਰ ਸੁਗੰਧ ਰਸਾ। ਇਹ ਭਾਈ ਭਗਤੀ ਰੂਪ ਚੰਦਨ ਦੀ ਮਹਿਕ, ਪ੍ਰੇਮ ਰੂਪੀ ਬਸਤਰ, ਖਿਮਾ ਰੂਪੀ ਸੁਗੰਧੀ ਤੇ ਨਾਮ ਰੂਪੀ ਰਸ, ਇਹਨਾਂ ਨੂੰ ਹਿਰਦੇ ਵਿੱਚ ਧਾਰਨ ਕਰ। ਹਉ ਮੈਂ ਬਿਖ ਤਿਆਗਨ ਰਾਮ। ਅਰਹੰਗਤਾ ਤੇ ਵਿਸ਼ਿਆਂ ਨੂੰ ਤਿਆਗਣਾ ਕਰ, ਫਿਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜੇ ਆਪਾਂ ਆਖੀਏ ਵੀ ਸ਼ਰਾਬ ਵੀ ਨਾ ਛੱਡੀਏ ਤੇ ਅੰਮ੍ਰਿਤ ਵੀ ਛਕ ਲਈਏ, ਦੋਵੇਂ ਗੱਲਾਂ ਨਹੀਂ ਨਾ ਬਣਦੀਆਂ। ਤੋ ਮੀਟ ਮੁਰਗਾ ਵੀ ਖਾਈ ਜਾਈਏ ਤੇ ਗੁਰੂ ਨੂੰ ਵੀ ਮੰਨੀ ਜਾਈਏ, ਉਹੀ ਬੰਦਾ ਚੰਗਾ ਨਹੀਂ ਲੱਗਦਾ, ਆਪਣੇ ਆਪ ਦੀ ਸ਼ਰਮ ਆਉਂਦੀ ਰਹਿੰਦੀ ਹੈ। ਇਹ ਮਣਾ ਰਾਤ ਨੂੰ ਆਂਡਾ ਖਾ ਕੇ ਸੁੱਤਾ ਸੀ, ਦਿਨੇ ਹੁਣ ਤੋਂ ਗੁਰਦੁਆਰੇ ਤੁਰਿਆ ਫਿਰਦਾ, ਆਪਣੇ ਆਪ ਨੂੰ ਹੀ ਸ਼ਰਮ ਆਊਗੀ। ਤੇ ਇਸ ਲਈ ਹੌਲੀ ਹੌਲੀ ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਫਿਰ ਬੁਰੇ ਪਾਸੇ ਤੋਂ ਮਨ ਹਟ ਕੇ ਚੰਗੇ ਪਾਸੇ ਲੱਗਦਾ ਹੈ। ਭਗਤੀ ਦੇ ਚੰਦਨ ਦੀ ਮਹਿਕ ਆਉਂਦੀ ਹੈ, ਪ੍ਰੇਮ ਦਾ ਕੱਪੜਾ ਮਿਲਦਾ, ਖੇਮਾ ਦੀ ਸੁਗੰਧੀ ਤੇ ਨਾਮ ਦਾ ਰਸ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮੰਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਇੱਕ ਭਾਤਪੁਰ ਪਿੰਡ ਹੈ, ਭਾਤਪੁਰ। ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਨੂੰ ਜਾਈਏ ਗੁਰਦੁਆਰਾ ਭਪੌਰ ਸਾਹਿਬ ਦੇ ਦਰਸ਼ਨਾਂ ਨੂੰ, ਤੇ ਨੰਗਲ ਤੋਂ ਥੋੜ੍ਹਾ ਹੀ ਉਰਾਂ ਸੱਜੇ ਪਾਸੇ ਜਾਂਦੇ ਆ ਭਾਤਪੁਰ ਪਿੰਡ ਆਉਂਦਾ।
ਸੜਕ ਉੱਪਰ ਬੋਰਡ ਲੱਗਾ ਆ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉੱਥੇ ਨਗਰ 'ਚ ਪਹੁੰਚੇ। ਉੱਥੋਂ ਦਾ ਇਤਿਹਾਸ ਹੈ ਕਿ ਉੱਥੇ ਕੋੜ ਦਾ ਰੋਗ ਸੀਗਾ ਬੜਾ ਪ੍ਰਬਲ, ਤੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕੋੜ ਦਾ ਰੋਗ ਨਿਵਰਤ ਕਰੋ। ਮਹਾਰਾਜ ਕਹਿੰਦੇ ਕੋਈ ਮੱਛੀ ਤਾਂ ਨਹੀਂ ਖਾਂਦੇ? ਲਾਗੇ ਸਤਲੁਜ ਹੈ ਨਾ, ਸਤਲੁਜ ਦੇ ਵਿੱਚ ਮੱਛੀਆਂ ਆਦਿਕ ਉਹ ਬਹੁਤ ਜ਼ਿਆਦਾ ਉੱਥੇ। ਤੇ ਕਹਿੰਦੇ ਜੀ ਹਾਂ। ਮਹਾਰਾਜ ਕਹਿੰਦੇ ਫਿਰ ਮੱਛੀ ਛੱਡ ਦਿਓ, ਮੱਛੀ ਮਾਸ ਨਾ ਖਾਹੀ। ਵੇਖੋ ਮੱਛੀ ਮੁਰਦਾ ਵੀ ਖਾ ਜਾਂਦੀ ਹੈ, ਜੋ ਪਾਣੀ ਦੇ ਵਿੱਚ ਰੁੜਦਾ ਆ ਸਭ ਉਹ ਹਜਮ ਕਰ ਜਾਂਦੀ ਹੈ। ਕਬੀਰ ਭਾਂਗ ਮਾਸ਼ੂਲੀ ਸੁਰਾ ਭਾਣ, ਇੱਕ ਭੰਗ ਨਹੀਂ ਪੈਣੀ, ਮਤਲਬ ਸੁੱਖਾ ਨਹੀਂ ਰਗੜ ਕੇ ਪੀਣਾ, ਪੀਣੀ ਆ ਤਾਂ ਸ਼ਰਦਾਈ ਪੀਓ। ਖਸਖਾਸ ਵਿੱਚ ਬਦਾਮ ਸੁੱਟ ਲਓ, ਲਾਚੀਆਂ, ਹੋਰ ਬੜਾ ਕੁਛ, ਦੁੱਧ ਅਦਕ ਪਾ ਕੇ ਦੁੱਧ ਬਣਾ ਕੇ ਪੀਓ। ਸੁੱਖੇ ਦਾ ਕੀ ਪੀਣਾ? ਸਿਰ ਨੂੰ ਚੜ੍ਹ ਕੇ ਖੁਸ਼ਕੀ ਪੈ ਜਾਂਦੀ ਹੈ, ਦਿਮਾਗ ਪਹੁੰਚ ਜਾਂਦਾ ਹੈ। ਤੋ ਭੰਗ ਨਹੀਂ ਪੀਣੀ, ਜਾਂ ਭਾਂਗ ਨਾਮ ਮਾਸ ਦਾ ਵੀ ਹੈ। ਕਬੀਰ ਭਾਂਗ ਮਾਸ਼ੂਲੀ, ਮੱਛੀ ਦਾ ਮਾਸ ਨਹੀਂ ਖਾਣਾ। ਸੁਰਾ ਪਾਨ, ਸ਼ਰਾਬ ਨੂੰ ਨਹੀਂ ਪੀਣਾ ਹੈ। ਜੋ ਜੋ ਪ੍ਰਾਣੀ ਖਾਹੇ, ਜਿਹੜੇ ਪ੍ਰਾਣੀ ਸ਼ਰਾਬ ਪੀਂਦੇ, ਮੱਛੀ ਮੀਟ ਆਂਡਾ ਖਾਂਦੇ, ਲਿਖੀ ਇਕੱਲੀ ਮੱਛੀ ਹੋਈ ਹੈ। ਭਾਂਗ ਨਾਮ ਕੁੱਕੜ ਦਾ ਵੀ ਹੈ। ਕੁੱਕੜ ਬੱਕੜਾ ਸਾਰੇ ਹੀ ਮਾਸ ਦਾ ਮਾਸ ਹੀ ਹੈ, ਭਾਵੇਂ ਸੂਰ ਹੈ ਭਾਵੇਂ ਜੋ ਮਰਜ਼ੀ ਹੈ। ਮਾਸ ਤੋਂ ਮਹਾਰਾਜ ਨੇ ਮਨਾ ਕੀਤਾ। ਕਬੀਰ ਭਾਂਗ ਮਾਸ਼ੂਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ। ਤੀਰਥ ਇਸ਼ਨਾਨ ਕੀਤੇ, ਵਰਤ ਰੱਖੇ, ਨੇਮ ਨਿਭਾਇਆ, ਤੇ ਸਭੈ ਰਸਾਤਲ ਜਾਹੇ। ਉਹ ਸਾਰੇ ਸਮਝ ਲਓ ਕਿ ਟੋਏ 'ਚ ਪੈ ਗਏ, ਉਹਨਾਂ ਦਾ ਫਲ ਖਤਮ ਹੋ ਗਿਆ। ਕਹਿੰਦੇ ਗੁਰੂ ਸਾਹਿਬ ਕਿ ਅੱਜ ਤੋਂ ਬਾਅਦ ਜੇ ਤੁਸੀਂ ਮਾਸ ਮੀਟ ਆਂਡਾ ਨਹੀਂ ਖਾਓਗੇ ਤਾਂ ਤੁਹਾਡੇ ਪਿੰਡ 'ਚ ਕੋੜ ਨਹੀਂ ਹੋਊਗਾ। ਉਹ ਅੱਜ ਵੀ ਉੱਥੇ ਗੁਰੂ ਸਾਹਿਬ ਦਾ ਬਚਨ ਪੂਰਾ। ਸਾਰੇ ਪਿੰਡ ਦੇ ਵਿੱਚ ਸਾਰੇ ਵੈਸ਼ਨੋ ਨੇ, ਜੇ ਕੋਈ ਮਾਸ ਖਾਂਦਾ ਹੈ ਤੇ ਉਹਨੂੰ ਕੋੜ ਹੋ ਜਾਂਦਾ, ਖੁਰਕ ਪੈ ਜਾਂਦੀ, ਜ਼ਖਮ ਹੋ ਜਾਂਦੇ ਨੇ। ਆ ਜਿਹੜੀ ਬਿਮਾਰੀ ਕਰੋਨਾ ਆਦਿਕ ਦੀ, ਕਹਿੰਦੇ ਵੀ ਬਿਆਨਾ ਚਾਈਨਾ ਦਾ ਸ਼ਹਿਰ ਹੈ ਜਿਹਦੇ 'ਚ ਮੱਛੀ ਮੰਡੀ, ਉਹਦੇ ਤੋਂ ਹੀ ਚੱਲੀ ਹੈ। ਤੋ ਇਸ ਵਾਸਤੇ ਇਹਨਾਂ ਤੋਂ ਬਚ ਕੇ ਰਹਿਣਾ, ਤੇ ਜਿਹੜਾ ਨਾਮ ਦਾ ਰਸ ਹੈ ਉਹਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ। ਗੁਰੂ ਦੇ ਸਿੱਖ ਨੂੰ ਨਾਮ ਬਾਣੀ ਦਾ ਹੀ ਨਸ਼ਾ ਹੋਣਾ ਚਾਹੀਦਾ ਹੈ। ਜੇ ਇਹ ਜ਼ਹਿਰ ਖਾਣੀ ਛੱਡੋਗੇ, ਹਉਮੈ ਆਦਿਕ ਵਿਕਾਰਾਂ ਦਾ ਤਿਆਗ ਕਰੋਗੇ, ਤਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਚੰਦਨ ਚੀਰ ਸੁਗੰਧ ਰਸਾ, ਹਉਮੈ ਬਿਖ ਤਿਆਗਣ ਰਾਮ। ਜੇ ਜ਼ਹਿਰੀਲੀ ਹਉਮੈ ਦਾ ਤਿਆਗ ਕਰ ਦਓਗੇ ਰਾਮ ਹੈ ਪਾਈਏ, ਤਾਂ ਤੁਹਾਨੂੰ ਚੰਦਨ ਭਗਤੀ ਦੀ ਸੁਗੰਧੀ ਆਏਗੀ, ਚੰਦਨ ਦੀ ਤਰ੍ਹਾਂ, ਤੇ ਗੁਰੂ ਘਰ ਵੱਲੋਂ ਨਾਮ ਦਾ ਚੀਰ ਸਿਰੋਂ ਪਾਉ ਮਿਲੇਗਾ। ਤੇ ਇਸ ਤਰ੍ਹਾਂ ਖਿਮਾ ਦੀ ਸੁਗੰਧੀ ਤੇ ਭਗਤੀ ਦੇ ਚੰਦਨ ਦੀ ਮਹਿਕ ਤੇ ਵਾਹਿਗੁਰੂ ਦੇ ਨਾਮ ਦਾ ਰਸ ਆਵੇਗਾ। ਈਤ ਊਤ ਨਹਿ ਡੋਲੀਐ। ਸੋ ਮਹਾਰਾਜ ਹਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਆ ਇਸ ਲੋਕ ਦੇ ਵਿੱਚ, ਤੇ ਪਰਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਲਈ ਡੁੱਲਣਾ ਨਹੀਂ ਕਰੀਦਾ। ਹਰ ਸੇਵਾ ਜਾਗਨ ਰਾਮ। ਇਹ ਭਾਈ ਹਰੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਨ ਲਈ ਮਨ ਨੂੰ ਅਗਿਆਨ ਰੂਪੀ ਨਿੰਦਰਾਂ ਦੇ ਵਿੱਚੋਂ ਗਿਆਨ ਅਵਸਥਾ ਵਿੱਚ ਜਗਾਉਣਾ ਕਰ। ਫਿਰ ਇਸ ਲੋਕ ਤੇ ਪਰਲੋਕ ਦੇ ਪਦਾਰਥਾਂ ਦੀ ਪ੍ਰਾਪਤੀ ਡੋਲਣਾ ਨਹੀਂ ਕਰੀਦਾ। ਸੋ ਇਸੇ ਪ੍ਰਕਾਰ ਚੰਦਨ ਚੀਰ ਸੁਗੰਧ ਰਸਾ। ਯੋਗੀ ਪੁਰਖ ਯੋਗਾ ਅਭਿਆਸ ਦੇ ਬਲ ਨਾਲ ਆਪਣੇ ਸਰੀਰ ਵਿੱਚੋਂ ਚੰਨਣ ਵਰਗੀ ਮਹਿਕ ਆਉਣ ਲਾ ਲੈਂਦਾ ਹੈ। ਸੋਹਣੇ ਸਾਧਨਾ ਰੂਪੀ ਬਸਤਰ ਪਹਿਨਣੇ ਜਾਣ ਲੈਂਦਾ ਹੈ, ਜਾਂ ਚੀਰ ਭਾਵ ਇੰਦਰੀਆਂ ਦਾ ਦਮਨ ਕਰਕੇ ਤਰਾਟਕ ਸਾਧ ਕੇ ਲੋਕਾਂ ਨੂੰ ਵਸ ਵਿੱਚ ਕਰਨਾ ਜਾਣ ਲੈਂਦਾ।
ਆਪਣੇ ਆਲੇ ਦੁਆਲੇ ਮੈਂ ਕੌਣ ਲਾ ਲੈਂਦਾ ਹੈ, ਫਿਰ ਹੰਗਤਾ ਕਰਦਾ ਹੈ ਕਿ ਇਹ ਮੇਰੇ ਵਰਗਾ ਹੋਰ ਕੋਈ ਜੋਗੀ ਨਹੀਂ ਹੈ, ਵਿਸ਼ਿਆਂ ਦੇ ਪ੍ਰੈਣ ਰਹਿੰਦਾ ਹੈ। ਹਉ ਮੈਂ ਬਿਖ ਤਿਆਗਨ ਰਾਮ। ਪਰ ਜੇਕਰ ਜੋਗੀ ਪੁਰਖ ਇਹਨਾਂ ਵਿਸ਼ਿਆਂ ਨੂੰ ਤਿਆਗ ਨਾ ਕਰੇ, ਇਹ ਜਿਹੜੀ ਜ਼ਹਿਰੀਲੀ ਵਿਸ਼ਿਆ ਮਾਇਆ ਹੈ, ਤਾਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ ਹੈ। ਜੋਗੀ ਕੌਣ ਹੈ? ਗੁਰੂ ਦਾ ਸਿੱਖ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਤਾਂ ਨਾਮ ਦਾ ਰਸ ਆਉਂਦਾ ਹੈ। ਈਤ ਊਤ ਨਹਿ ਡੋਲੀਐ। ਫਿਰ ਇਸ ਲੋਕ 'ਚ ਤੇ ਪਰਲੋਕ ਦੇ ਬ੍ਰਹਮ ਲੋਕ ਦੇ ਪਦਾਰਥਾਂ ਤੱਕ ਮਨ ਨਹੀਂ ਡੋਲਦਾ। ਹਰ ਸੇਵਾ ਜਾਗਨ ਰਾਮ। ਹਰੀ ਵਾਹਿਗੁਰੂ ਦੀ ਸੇਵਾ ਦੇ ਵਿੱਚ ਰਾਮ ਹੈ ਭਾਈ, ਮਨ ਹਮੇਸ਼ਾ ਜਾਗਦਾ ਰਹਿੰਦਾ ਹੈ। ਨਾਨਕ ਜਿਨ ਪ੍ਰਭ ਪਾਇਆ ਆਪਣਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਗਿਆਨ ਅਵਸਥਾ ਵਿੱਚ ਮਨ ਨੂੰ ਜਗਾ ਕੇ ਆਪ ਦਾ ਪਤੀ ਪਰਮੇਸ਼ਰ ਪਾ ਲਿਆ ਹੈ, ਸਾ ਅਟਲ ਸੁਹਾਗਨ ਰਾਮ। ਉਹ ਮਹਾਤਮਾ ਰੂਪ ਸਖੀਆਂ ਟਲਣ ਤੋਂ ਰਹਿਤ ਸੁਹਾਗ ਭਾਗ ਆਨੰਦ ਵਾਲੀਆਂ ਹੋ ਗਈਆਂ ਹਨ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਨ ਕਰਦੇ ਹਨ, ਹਰ ਖੋਜਹੁ ਵੱਡ ਭਾਗੀ ਹੋ। ਇਹ ਵੱਡੇ ਭਾਗਾਂ ਵਾਲਿਓ, ਤੁਸੀਂ ਪੈਸੇ ਪਿੱਛੇ ਕੀ ਤੁਰੇ ਫਿਰਦੇ ਹੋ? ਉਸ ਪਰਮੇਸ਼ਰ ਨੂੰ ਲੱਭਣਾ ਢੂੰਡਣਾ ਕਰੋ। ਇਹ ਮਹਾਰਾਜ ਕਿਵੇਂ ਖੋਜੀਏ? ਕਹਿੰਦੇ ਖੋਜੀ ਉਪਜੈ ਬਾਦੀ ਬਿਨਸੈ, ਹਉ ਬਲ ਬਲ ਗੁਰ ਕਰਤਾਰ। ਮਿਲ ਸਾਧੂ ਸੰਗੇ ਰਾਮ। ਰਾਮ ਹੀ ਭਾਈ ਆਪਣੇ ਮਨ ਨੂੰ ਸਾਧਨ ਵਾਲੇ ਜਾਂ ਸ੍ਰੇਸ਼ਟ ਪੁਰਸ਼ਾਂ ਦੇ ਨਾਲ ਮਿਲਾਪ ਕਰਕੇ ਪਰਮੇਸ਼ਰ ਨੂੰ ਖੋਜਣਾ ਕਰੋ। ਇਸੇ ਪ੍ਰਕਾਰ ਹਰ ਖੋਜਹੁ ਵੱਡ ਭਾਗੀ ਹੋ। ਇਹ ਵੱਡੇ ਭਾਗਾਂ ਵਾਲਿਓ, ਹਰੀ ਨੂੰ ਖੋਜੋ। ਜੋ ਜੋ ਖੋਜੈ ਸੋ ਜੋਈ ਜੋਈ ਖੋਜੈ, ਸੋਈ ਸੋਈ ਨੇ ਭਜਾ ਬਈ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾ ਭਗਤ ਸੋਈ। ਜਿਹੜੇ ਪ੍ਰੇਮਾ ਭਗਤੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਵਿਚਾਰਦੇ ਨੇ, ਅਰ ਸ਼ੁਭ ਗੁਣਾਂ ਨੂੰ ਲੱਭਦੇ ਨੇ, ਉਹ ਲੱਭ ਲੈਂਦੇ ਨੇ। ਜੋਈ ਜੋਈ ਖੋਜੈ, ਸੋਈ ਸੋਈ ਨੇ ਭਜਾ ਬਈ। ਉਹਨਾਂ ਨੂੰ ਸ਼ੁਭ ਗੁਣ ਪੈਦਾ ਹੋ ਜਾਂਦੇ। ਮਹਾਰਾਜ ਨੇ ਆਖਿਆ ਕਿ ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮਿਲੇ। ਜੋ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦਾ, ਉਹ ਸ਼ਬਦ ਦੇ ਵਿੱਚੋਂ ਲੱਭ ਲਏ। ਸੋ ਇਉਂ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਰਮੇ ਹੋਏ ਹਰੀ ਨੂੰ ਢੂੰਡਣਾ ਕਰੋ, ਲੱਭਣਾ ਕਰੋ। ਭਾਵ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਿਹਦੀ ਵਾਹਿਗੁਰੂ ਸਹਾਇਤਾ ਕਰਦਾ, ਉਹਨਾਂ ਨੂੰ ਸੰਤਾਂ ਦੀ ਸੰਗਤ 'ਚ ਸੁਖ ਦੇਣ ਵਾਲੀ ਕਥਾ ਕੀਰਤਨ ਬਖਸ਼ਿਸ਼ ਕਰਦਾ ਹੈ। ਮਿਲ ਸਾਧੂ ਸੰਗੇ ਰਾਮ। ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਹਰੀ ਨੂੰ ਲੱਭ ਲੈਣਾ ਕਰੋ। ਗੁਣ ਗੋਵਿੰਦ ਸਦ ਗਾਈਐ ਹੈ। ਹਮੇਸ਼ਾ ਪ੍ਰithvi ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ। ਪਾਰ ਬ੍ਰਹਮ ਕੈ ਰੰਗੇ ਰਾਮ। ਫਿਰ ਰਾਮ ਹੈ ਭਾਈ, ਤੁਸੀਂ ਵਾਹਿਗੁਰੂ ਦੇ ਪ੍ਰੇਮ ਰੂਪ ਰੰਗ 'ਚ ਰਤੇ ਜਾਵੋਗੇ, ਜਾਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ 'ਚ ਰੰਗੇ ਜਾਵੋਗੇ, ਜਾਂ ਜੇਕਰ ਸਦਾ ਰਸਨਾ ਨਾਲ ਵਾਹਿਗੁਰੂ ਦੇ ਗੁਣ ਗਾਉਣਾ ਕਰੋਗੇ ਤਾਂ ਮਨ ਕਰਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਜਾਵੋਗੇ। ਸੋ ਪ੍ਰਭ ਸਦ ਹੀ ਸੇਵੀਐ। ਉਸ ਸਰਬ ਕਲਾ ਸਮਰੱਥ ਪਰਮੇਸ਼ਰ ਨੂੰ ਸਦਾ ਹੀ ਸੇਵਨਾ ਭਜਨਾ ਕਰੀਏ। ਪਾਈਐ ਹੈ ਫਲ ਮੰਗੇ ਰਾਮ। ਤਾਂ ਰਾਮ ਹੈ ਭਾਈ, ਮੂੰਹ ਮੰਗਵੇਂ ਧਰਮ ਅਰਥ ਕਾਮ ਮੋਖ ਆਦਿਕ ਫਲ ਪਾ ਲੈਣਾ ਕਰੀਦੇ ਹਨ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਧਾਤਾ। ਨਾਨਕ ਪ੍ਰਭ ਸਰਨਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹ ਪ੍ਰਭ ਸਰਬ ਕਲਾ ਸਮਰੱਥ ਪਰਮੇਸ਼ਰ ਦੀ ਓਟ ਪ੍ਰਾਪਤ ਕਰੋ।
ਜਪ ਅਨੰਤ ਤਰੰਗੇ RAM। ਰਾਮ ਹੈ ਭਾਈ, ਉਸ ਅਨੇਕਾਂ ਬ੍ਰਹਮੰਡਾਂ ਰੂਪੀ ਲਹਿਰਾਂ ਦੇ ਸਵਾਮੀ ਪਰਮੇਸ਼ਰ ਦਾ ਨਾਮ ਜਪਣਾ ਕਰੋ, ਜਿਹੜਾ ਅਨਕ ਭਾਂਤ ਹੋਏ ਪਸਰਿਆ। ਨਾਨਕ ਏਕ ਓੰਕਾਰ, ਅਨੇਕਾਂ ਜੀਵਾਂ ਰੂਪ ਲਹਿਰਾਂ ਦੇ ਵਿੱਚ ਵਿਆਪਕ ਚੇਤਨ ਬ੍ਰਹਮ ਰੂਪ ਜਲ ਨੂੰ ਜਪ ਕੇ ਉਸੇ ਦਾ ਹੀ ਰੂਪ ਹੋ ਜਾਵੋਗੇ। ਇਕ ਤਿਲ ਪ੍ਰਭੂ ਨਾ ਵਿਸਰੈ। ਫਿਰ ਪੜ੍ਹ ਦਿਓ ਜੀ, ਨਾਨਕ ਪ੍ਰਭ ਸਰਣਾਗਤੀ। ਮਹਾਰਾਜ ਸਾਹਿਬ ਫੁਰਮਾਨ ਕਰਦੇ ਨੇ ਕਿ ਉਸ ਪਰਮੇਸ਼ਰ ਦੀ ਸ਼ਰਨ ਪ੍ਰਾਪਤੀ ਕਰੋ। ਜਪ ਅਨੰਤ ਤਰੰਗੇ RAM। ਉਹਦਾ ਨਾਮ ਜਪੋ, ਫਿਰ ਅਨੇਕਾਂ ਸੰਕਲਪਾਂ ਵਿਕਲਪਾਂ ਰੂਪ ਰਹਿਲਾਂ ਵਾਲੇ ਮਨ ਨੂੰ ਜਪਤ ਕਰ ਲਵੋਗੇ। ਭਾਵ ਮਨ ਨੂੰ ਫੁੱਲਿਆਂ ਵੱਲ ਜਾਣ ਤੋਂ ਰੋਕ ਲਵੋਗੇ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਇਕ ਤਿਲ ਪ੍ਰਭੂ ਨਾ ਵਿਸਰੈ। ਇਹ ਕਰਤਾ ਪਰ ਜਿੰਨੇ ਸਮੇਂ ਲਈ ਵੀ ਉਹ ਪਰਮੇਸ਼ਰ ਭੁੱਲਣਾ ਨਹੀਂ ਚਾਹੀਦਾ। ਜਿਨ ਸਭ ਕਿਛ ਦੀਨਾ RAM। ਜਿਸ ਪਰਮੇਸ਼ਰ ਨੇ ਆਪਾਂ ਨੂੰ ਸਾਰਾ ਕੁਝ ਦੇਣਾ ਕੀਤਾ ਹੈ, ਦੱਦਾ ਦਾਤਾ ਇੱਕ ਹੈ ਤੇ ਸਭ ਕੋ ਦੇਵਨਹਾਰ, ਦਿੰਦੇ ਤੋੜ ਨਾ ਆਵਈ ਅਗਣਤ ਭਰੇ ਭੰਡਾਰ। ਜਿਨੇ ਸਭ ਕੁਝ ਹੀ ਦਿੱਤਾ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੀਰੈ, ਘਰ ਤਾਂ ਤੀਰੈ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਉਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਇੱਕ ਵਾਰ ਆਪਾਂ ਵੀ ਉੱਚੀ ਬੋਲ ਦਈਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਵੱਡ ਭਾਗੀ ਮੇਲਾ ਵੜਾ। ਜਿਸ ਵੱਡੇ ਭਾਗਾਂ ਵਾਲੇ ਜੀਵ ਦਾ ਗੁਰਾਂ ਨਾਲ ਮਿਲਾਪ ਹੁੰਦਾ ਹੈ। ਗੁਰਮੁਖ ਪੇਰ ਚੀਨਾ RAM। ਉਸ ਗੁਰਮੁਖ ਜਾਣੇ ਗੁਰਾਂ ਦੁਆਰਾ ਪਤੀ ਪਰਮੇਸ਼ਰ ਨੂੰ ਜਾਣ ਲਿਆ ਜਾਂ ਆਪਣਾ ਆਤਮਾ ਰੂਪ ਕਰਕੇ ਜਾਣ ਲਿਆ ਹੈ। ਅਤੇ ਬਾਹ ਪਕੜ ਤਮ ਤੇ ਕਾਢਿਆ। ਪਰਮੇਸ਼ਰ ਨੇ ਉਹਦੀ ਬਿਰਤੀ ਰੂਪ ਬਾਂਹ ਫੜ ਕੇ ਅਗਿਆਨ ਰੂਪ ਹਨੇਰੇ ਵਾਲੇ ਸੰਸਾਰ ਸਮੁੰਦਰ ਤੋਂ ਬਾਹਰ ਮੁਕਤੀ ਰੂਪ ਕਿਨਾਰੇ ਤੇ ਕੱਢ ਲਿਆ ਹੈ। ਜਾਂ ਇਸੇ ਪ੍ਰਕਾਰ ਬਾਹ ਪਕੜ ਤਮ ਤੇ ਕਾਢਿਆ। ਬਿਰਤੀ ਰੂਪ ਬਾਂਹ ਤੋਂ ਪਕੜ ਕੇ ਅਗਿਆਨ ਰੂਪ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ 'ਚ ਅਸਥਿਤ ਕਰਨ ਰੂਪ ਕੱਢ ਲਿਆ ਹੈ। ਬੜੇ ਹਨੇਰੇ ਵਿੱਚੋਂ ਕਰ ਆਪਣਾ ਲੀਨਾ RAM। ਅਰ ਰਾਮ ਪਰਮੇਸ਼ਰ ਨੇ ਉਹਨੂੰ ਆਪ ਦਾ ਸੇਵਕ ਕਰ ਲਿਆ, ਭਾਵ ਉਹਨੂੰ ਆਪ ਦੇ ਵਿੱਚ ਲੀਨ ਕਰ ਲਿਆ ਹੈ। ਨਾਮ ਜਪਤ ਨਾਨਕ ਜੀਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਦਰ ਕਰਦੇ ਨੇ ਕਿ ਗੁਰਮੁਖ ਜਨ ਦਾ ਪਰਮੇਸ਼ਰ ਦਾ ਨਾਮ ਜਪਦਿਆਂ ਸਿਮਰਦਿਆਂ ਹੀ ਆਤਮਿਕ ਜੀਵਨ ਵੱਲ ਜਿਉਂਦੇ ਰਹਿੰਦੇ ਨੇ। ਸੀਤਲ ਮਨ ਸੀਨਾ RAM। ਰਾਮ ਹੈ ਭਾਈ, ਜਿਸ ਨਾਮ ਦੇ ਪ੍ਰਤਾਪ ਕਰਕੇ ਜਿਹੜਾ ਮਨ ਚਿੱਤ ਤੇ ਸੀਨਾ ਛਾਤੀ ਠੰਡੀ ਹੋ ਜਾਂਦੀ ਹੈ। ਛਾਤੀ ਸੀਤਲ ਮਨ ਸੁਖੀ, ਛੰਦ ਗੋਬਿੰਦ ਗੁਣ ਗਾਏ। ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ। ਭਾਵ ਤ੍ਰਿਸ਼ਨਾ ਨੂੰ ਅੱਗ ਮਿਟ ਜਾਂਦੀ ਹੈ ਤੇ ਮਿਥਿਆ ਪਦਾਰਥਾਂ ਨੂੰ ਸੱਚ ਮੰਨਣ ਦੀ ਕਲਪਨਾ ਵੀ ਹਟ ਕੇ ਨਿਵਰਤ ਹੋ ਜਾਂਦੀ ਹੈ। ਜਾਂ ਸੀਤਲ ਮਨ ਸੀਨਾ ਰਾਮ, ਸੀਤਲ ਰੂਪ ਪਰਮੇਸ਼ਰ ਦਾ ਨਾਮ ਜਪ ਕੇ ਛਾਤੀ ਤੇ ਚਿੱਤ ਸ਼ਾਂਤ ਹੋ ਜਾਂਦੇ ਹਨ। ਕਿਆ ਗੁਣ ਤੇਰੇ ਕਹਿ ਸਕੋ। ਇਸ ਲਈ ਮੈਂ ਤੇਰੇ ਕਿਹੜੇ ਕਿਹੜੇ ਗੁਣ ਆਪਣੇ ਮੁਖ ਨਾਲ ਆ ਕੇ ਕਥਨ ਕਰ ਸਕਦਾ ਹਾਂ। ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਵਰਨ ਨ ਸਕਉ। ਤੂੰ ਠਾਕੁਰ ਊਚ ਭਗਵਾਨ। ਪ੍ਰਭ ਅੰਤਰ ਜਾਮੀ RAM। ਇਹ ਪਰਮੇਸ਼ਰ ਤੂੰ ਸਭਨਾਂ ਦੇ ਅੰਦਰ ਦੀ ਜਾਣਨ ਵਾਲਾ ਤੇ ਸਭ ਥਾਵਾਂ ਤੇ ਰਮਿਆ ਹੋਇਆ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਸ ਜੀ ਦੀ ਦੀਜੈ। ਪਰਣਵਤ ਨਾਨਕ ਸੁਣ ਮੇਰੇ ਸਾਹਿਬਾ,
ਡੁੱਬਦਾ ਪੱਥਰ ਲੀਜੈ। ਸਿਮਰ ਸਿਮਰ ਨਾਰਾਇਣ ਸੋ ਨਾਰਾਇਣ ਪਰਮੇਸ਼ਰ हे ਵਾਹਿਗੁਰੂ, ਆਪ ਜੀ ਦੇ ਨਾਮ ਸਿਮਰਨ ਨੂੰ ਸਿਮਰ ਕੇ ਯਾਦ ਕਰ ਕਰਕੇ ਭਏ ਪਾਰ ਗ੍ਰਾਮੀ RAM ਬੇਅੰਤੀ ਗੁਰਮੁਖ ਜਨ ਗ੍ਰਾਮੀ ਸਮੂਹ ਸੰਸਾਰ ਸਮੁੰਦਰ ਤੋਂ ਜਾਂ ਸੰਸਾਰ ਰੂਪ ਗ੍ਰਾਮ ਤੋਂ ਪਾਰ ਹੋ ਗਏ, ਪਾ ਮੁਕਤ ਹੋ ਗਏ ਹਨ। ਗੁਣ ਗਾਵਤ ਗੋਬਿੰਦ ਕੇ ਇਹ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੋ ਆਪ ਜੀ ਦੇ ਪਿਆਰ ਨਾਲ ਜਸ ਰੂਪ ਗੁਣ ਗਾਉਂਦੇ ਹਨ। ਸਭ ਇੱਛ ਪੁਜਾਮੀ RAM ਇਹ ਰਾਮ ਪਰਮੇਸ਼ਰ ਉਹਨਾਂ ਦੀਆਂ ਤੋਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੰਦਾ ਹੈ, ਕਰ ਦਿੱਤੀਆਂ ਨੇ। ਨਾਨਕ ਉਦਰੇ ਜਪ ਹਰੇ ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਉਹ ਹਰੀ ਪਰਮੇਸ਼ਰ हे ਵਾਹਿਗੁਰੂ, ਆਪ ਜੀ ਦਾ ਨਾਮ ਜਪ ਕੇ ਅਰਾਧ ਕੇ ਬੇਅੰਤ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਸਭ ਹੂ ਕਾ ਸੁਆਮੀ RAM हे ਰਾਮ ਪਰਮੇਸ਼ਰ, ਤੂੰ ਸਾਰਿਆਂ ਦਾ ਮਾਲਕ ਹੈ। हे ਹਰੀ ਪਰਮੇਸ਼ਰ, ਆਪ ਦਾ ਨਾਮ ਜਪ ਕੇ ਕਿੰਨੇ ਪਿੱਛੇ ਤਰੇ ਨੇ, ਕੌਣ ਕੌਣ ਉਧਰੇ ਗੁਣ ਗਾਏ, ਕਿਹੜੇ ਕਿਹੜੇ ਉਧਰੇ ਨੇ ਗੁਣ ਗਾ ਕੇ, ਦੱਸੋ ਭਲਾ। ਨਹੀਂ, ਗਣਨ ਨਾ ਜਾਈ ਕੀਮ ਨਾ ਪਾਈ, ਆਪਾਂ ਗਿਣਤੀ ਨਹੀਂ ਕਰ ਸਕਦੇ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ, ਆਕਾਸ਼ ਦੇ ਤਾਰੇ ਤਾਂ ਭਾਵੇਂ ਗਿਣ ਲਵੇ ਕੋਈ ਗਿਣ ਹੀ ਲਵੇ, ਸਾਇੰਸਦਾਨ ਬੜੇ ਬੜੇ ਸਿਆਣੇ ਨੇ, ਪਰ ਜਿੰਨੇ ਤੂੰ ਤਾਰੇ ਨੇ ਉਹਨੇ ਨਹੀਂ ਗਿਣੇ ਜਾ ਸਕਦੇ। ਅਸੀਂ ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਪੜ੍ਹੀ ਹੈ। ਕੀਮਤਾਂ ਜਿਹੜੀ ਸ੍ਰਿਸ਼ਟੀ ਦਿਸਦੀ ਨਹੀਂ ਗੀ, ਉਹਨਾਂ ਤੋਂ ਕਿੰਨਿਆਂ ਨੂੰ, ਭੂਤਾਂ ਪ੍ਰੇਤਾਂ ਨੂੰ, ਅਵਗਤ ਰੂਹਾਂ ਨੂੰ ਕਿੰਨਿਆਂ ਨੂੰ ਤਾਰਿਆ। ਇਸ ਲਈ ਜਿਹੜੀਆਂ ਸਾਖੀਆਂ ਲਿਖੀਆਂ ਨੇ ਉਹੀ ਆਪਾਂ ਪੜ੍ਹ ਕੇ ਜਾਣਕਾਰੀ ਕਰ ਸਕਦੇ ਹਾਂ। ਕਿੰਨੀ ਸ੍ਰਿਸ਼ਟੀ, ਜਿਸ ਵਕਤ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹੈ ਭਾਈ। ਸਾਨੂੰ ਤਾਂ ਇਸ ਬ੍ਰਹਿਮੰਡ ਬਾਰੇ ਜਾਣਕਾਰੀ ਹੈ। ਆ ਮਾਤ ਲੋਕ ਦੀ ਧਰਤੀ ਜਿੱਥੇ ਆਪਾਂ ਰਹਿ ਰਹੇ ਹਾਂ, ਸਾਨੂੰ ਤਾਂ ਇਸ ਦੁਨੀਆ ਬਾਰੇ ਜਾਣਕਾਰੀ ਹੈ ਨਾ ਕਿ ਮਹਾਰਾਜ ਅਸਾਮ ਦੇਸ਼ ਕਾਮਰੂਪ ਦੇਸ਼ ਗਏ, ਉਤੇ ਨੂਰ ਸ਼ਾਹ ਦੀ ਕਲਿਆਣ ਕੀਤੀ। ਸ਼ਬਦ ਉਚਾਰਿਆ ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਜਾਂ ਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆ ਬਾਹਰ ਚਟਵੀਆ, ਰੀਸਾ ਕਰੇ ਤਨਾਰੀਆਂ ਜੋ ਸੇਵੈ ਦਰ ਖੜੀਆ, ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆ, ਹੁੰਦੇ ਤਾਣ ਨਿਤਾਣੀਆਂ ਰਹਿ ਨ ਮਾਨਣੀਆਂ, ਨਾਨਕ ਜਨਮ ਸਿਕਾਰਥਾ ਜੇ ਤਿਨ ਕੈ ਸੰਗ ਮਿਲਾ। ਇਸ ਦੇਸ਼ ਬਾਰੇ, ਇਸ ਦੁਨੀਆ ਬਾਰੇ ਜਾਣਕਾਰੀ ਹੈ, ਪਰ ਤਰੂ ਭਗਤ ਪ੍ਰਹਿਲਾਦ ਭਗਤ ਦੀ ਪੁਰੀ ਤੱਕ ਤਾਂ ਉਹ ਉੱਥੋਂ ਤੱਕ ਵੀ ਸਾਖੀ ਆਉਂਦੀ ਹੈ, ਪਰ ਪੂਰੇ ਤੌਰ 'ਤੇ ਕੌਣ ਜਾਣਕਾਰੀ ਕਰ ਸਕਦਾ ਕਿ ਰਸਤੇ ਵਿੱਚ ਕਿੰਨਿਆਂ ਦੀ ਕਲਿਆਣ ਕੀਤੀ, ਫਿਰ ਉਹਦੇ ਤੋਂ ਅੱਗੇ ਕਿੱਥੇ ਗਏ, ਕਿਵੇਂ ਗਏ। ਜਦੋਂ ਦਸਤਗੀਰ ਬੀੜ ਦਾ ਬੇਟਾ ਮਹਾਰਾਜ ਨੇ ਨਾਲ ਲਿਆ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਤੇ ਮਹਾਰਾਜ ਨੇ ਲੱਖ ਪਤਾਲ ਆਕਾਸ਼ ਲਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਲੱਖਾਂ ਪਤਾਲ ਤੇ ਲੱਖਾਂ ਹੀ ਆਕਾਸ਼ ਦਿਖਾ ਦਿੱਤੇ। ਔਰ ਉਹਨੇ ਆ ਕੇ ਦੱਸਿਆ, ਉਹ ਪੀਰ ਕਹਿਣ ਲੱਗਾ ਵੀ ਅਜੇ ਤਾਂ ਇੱਕ ਸਕਿੰਟ ਵੀ ਨਹੀਂ ਹੋਇਆ, ਅੱਖ ਹੀ ਝਮਕੀ ਹੈ, ਇੰਨੇ ਚਿਰ 'ਚ ਤੂੰ ਕੀ ਕੁਝ ਵੇਖ ਆਇਆ ਓਏ। ਕਹਿੰਦਾ ਵੇਖ ਲਾ ਨਿਸ਼ਾਨੀ। ਜਿੱਥੇ ਜਿੱਥੇ ਅਸੀਂ ਗਏ ਉੱਥੇ ਉੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਜੁੜੀ ਹੁੰਦੀ ਸੀ, ਅਤੇ ਕੀਰਤਨ ਚੱਲਦਾ ਹੁੰਦਾ। ਜਦ ਮਹਾਰਾਜ ਪਹੁੰਚਦੇ ਅਤੇ ਉੱਥੇ ਫਿਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਪੜ੍ਹਿਆ ਜਾਂਦਾ, ਫਿਰ ਗੁਰੂ ਸਾਹਿਬ ਜੀ ਸਿੰਘਾਸਨ 'ਤੇ ਬੈਠ ਕੇ ਦਰਸ਼ਨ ਦਿੰਦੇ, ਫਿਰ ਅਰਦਾਸ ਹੁੰਦੀ, ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ, ਅਤੇ ਗੁਰੂ ਸਾਹਿਬ ਜੀ ਪ੍ਰਸ਼ਾਦ ਛਕਦੇ, ਸੰਗਤ 'ਚ ਵਰਤਦਾ। ਉਹ ਕਿਣਕਾ ਕਿਣਕਾ ਮੈਂ ਚੁੱਪੀ 'ਚ ਪਾਉਂਦਾ ਰਿਹਾ। ਕਿੰਨੀਆਂ ਸੰਗਤਾਂ 'ਚ ਗਏ, ਕਿਣਕੇ ਕਿਣਕੀ ਨਾਲ ਵੇਖ ਲੈ ਚੁੱਪੀ ਭਰੀ ਹੋਈ, ਆ ਲੈ ਪ੍ਰਸ਼ਾਦ ਤੂੰ ਹੀ ਛਕ ਲੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਦੱਸੋ ਕਿ ਉਹਨਾਂ ਬਾਰੇ ਆਪਾਂ ਕੀ ਜਾਣ ਸਕਦੇ, ਕਿੱਥੇ ਕਿੱਥੇ ਗੁਰੂ ਸਾਹਿਬ ਗਏ। ਉਹ ਪੀਰ ਦੇ ਬੇਟੇ ਨੂੰ ਤਾਂ ਮਹਾਰਾਜ ਨੇ ਦਿਖਾ ਦਿੱਤਾ,
ਹੁਣ ਪੁੱਛੇ ਕੌਣ ਉਹਦੇ ਤੋਂ? ਭਾਈ ਬਾਲੇ ਨੂੰ ਤਾਂ ਗੁਰੂ ਅੰਗਦ ਦੇਵ ਨੇ ਕਿਰਪਾ ਕਰ ਦਿੱਤੀ ਸਾਡੇ ਤੇ, ਆਪਣੇ ਕੋਲ ਬੁਲਾ ਕੇ ਸਾਖੀਆਂ ਪੁੱਛ ਲਈਆਂ। ਜੇ ਕਿਤੇ ਭਾਈ ਬਾਲਾ ਵੀ ਖੁੰਝ ਜਾਂਦਾ, ਲੱਭਦਾ ਨਾ, ਜਾਂ ਲੱਭਣ ਵਾਲੇ ਗੁਰੂ ਅੰਗਦ ਦੇਵ ਜੀ ਨਾ ਖੋਜਦੇ, ਤਾਂ ਦੱਸੋ ਫਿਰ ਕਿਵੇਂ ਸਾਨੂੰ ਪਤਾ ਲੱਗਣਾ ਸੀ ਮਹਾਰਾਜ ਬਾਰੇ, ਕਿੱਥੇ ਕਿੱਥੇ ਗਏ। ਤੇ ਸਮਗਰ ਤੌਰ ਤੇ ਸਾਰੀਆਂ ਸਾਖੀਆਂ ਲਿਖਤ ਵਿੱਚ ਵੀ ਥੋੜ੍ਹੋ ਆਈਆਂ ਹੋਣਗੀਆਂ। ਤੋ ਇਸ ਲਈ ਇਹ ਸੱਚੇ ਪਾਤਸ਼ਾਹ, ਗਣਨ ਨਾ ਜਾਈ ਕੀਮ ਨਾ ਪਾਏ। ਮੈਂ ਗਿਣਤੀ ਨਹੀਂ ਕਰ ਸਕਦਾ, ਕੋਈ ਕੀਮਤ ਨਹੀਂ ਪਾ ਸਕਦਾ। ਵੇਖੋ, ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਇੱਕ ਮੁਰਦੇ ਦੀ ਹੱਡੀ ਲੱਗੀ, ਤੇ ਉਹ ਮੁਰਦਾ ਜਿਹੜੀ ਵੀ ਜੂਨ 'ਚ ਪਿਆ ਉੱਥੋਂ ਪਾਰ ਉਤਾਰ ਗਿਆ, ਉਹਦਾ ਹੋ ਗਿਆ। ਗੋਇੰਦਵਾਲ ਸਾਹਿਬ 'ਚ ਚਰਨ ਪਾਏ, ਸਾਰੇ ਭੂਤ ਪ੍ਰੇਤ ਉੱਥੋਂ ਨੱਸ ਗਏ, ਧਰਤੀ ਸੱਚਖੰਡ ਬਣ ਗਈ। ਹੁਣ ਕਿਹੜੇ ਕਿਹੜੇ ਨੱਸੇ, ਕਿਹਨਾਂ ਕਿਹਨਾਂ ਦੀ ਕਲਿਆਣ ਹੋਈ, ਕੌਣ ਜਾਣੇ। ਬਠਿੰਡੇ ਘਾਣਾ ਦੇ ਉਹ ਮਹਾਰਾਜ ਨੇ ਕੱਢਿਆ ਕਿਲੇ 'ਚੋਂ, ਝੋਟੇ ਦੀ ਬਲੀ ਦਿੱਤੀ, ਤੇ ਉਹ ਵੀ ਗੋਇੰਦਵਾਲ ਸਾਹਿਬ ਤੋਂ ਭੱਜਿਆ ਸੀਗਾ, ਉਹ ਤਾਂ ਸਾਖੀ ਬਣ ਗਈ। ਹੁਣ ਇਹਦੇ ਤੋਂ ਇਲਾਵਾ ਕੀਤਾ ਸੂਖਮ ਰੂਪ 'ਚ ਕਿੰਨੇ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਇੱਕ ਭੂਤ ਹਾਜ਼ਰ ਹੋਇਆ। ਭੂਤਾਂ ਵਾਲੀ ਹਵੇਲੀ 'ਚ ਔਰੰਗਜ਼ੇਬ ਨੇ ਕਾਜ਼ੀਆਂ ਦੇ ਕਹਿਣ ਦੇ ਗੁਰੂ ਦਾ ਆਸਣ ਲਵਾਇਆ, ਤੇ ਰਾਤ ਦੇ 12 ਵਜੇ ਉਹਨੇ ਆ ਕੇ ਦਿਖਾਲੀ ਦਿੱਤੀ। ਕਹਿਣ ਲੱਗਾ, ਜੀ ਮੈਂ ਇਸ ਹਵੇਲੀ ਦਾ ਮਾਲਕ ਹਾਂ, ਮੈਂ ਆਪਦੇ ਭਰਾਵਾਂ ਦੇ ਵਿੱਚ ਪਰੇ ਪੰਚਾਇਤ 'ਚ ਸਰੀਕੇ 'ਚ ਝੂਠੀ ਸਹੁੰ ਖਾ ਕੇ ਹਵੇਲੀ ਦਾ ਕੇਸ ਜਿੱਤਿਆ ਸੀ, ਤੇ ਝੂਠ ਬੋਲਣ ਕਰਕੇ ਮੈਂ ਭੂਤ ਪ੍ਰੇਤ ਬਣਿਆ, ਤੇ ਦੱਸੋ ਮੈਂ ਕੀ ਸੇਵਾ ਕਰਾਂ। ਮਹਾਰਾਜ ਕਹਿੰਦੇ ਵੀ ਸਾਨੂੰ ਕੁਛ ਨਹੀਂ ਚਾਹੀਦਾ ਭਾਈ। ਕਹਿੰਦਾ, ਜੀ ਮੈਂ ਆਪਦੀ ਸੇਵਾ ਕਰਨੀ ਚਾਹੁੰਦਾ, ਕਿਉਂਕਿ ਮੇਰਾ ਧਰਮ ਹੈ, ਭਾਵੇਂ ਜੂਨੀ ਮੇਰੀ ਪ੍ਰੇਤ ਦੀ ਹੈ, ਪਰ ਹੈ ਤਾਂ ਮਾਲਕ ਇਸ ਹਵੇਲੀ ਦਾ। ਤੁਸੀਂ ਮੇਰੇ ਘਰ ਪ੍ਰਾਹੁਣੇ ਆਏ ਹੋ। ਕਾਜ਼ੀਆਂ ਦਾ ਮਤਲਬ ਸੀ ਕਿ ਭੂਤ ਖਤਮ ਕਰ ਦੇਵੇਗਾ, ਗੁਰੂ ਜੀ ਨੂੰ ਖਾ ਜਾਵੇਗਾ, ਮਾਰ ਦੇਵੇਗਾ, ਕਿਉਂਕਿ ਉੱਥੇ ਕੋਈ ਰਾਤ ਨਹੀਂ ਸੀ ਰਹਿ ਸਕਦਾ। ਤੇ ਪਰ ਉਹਨੇ ਮਹਾਰਾਜ ਦੇ ਪੈਰ ਫੜ ਲਏ। ਕਹਿੰਦਾ, ਜੀ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਉਹ ਗੰਦਗੀ ਬਣ ਜਾਂਦੀ ਹੈ, ਮੈਂ ਕੋਈ ਫਲ ਫਰੂਟ ਤੁਹਾਨੂੰ ਲਿਆ ਕੇ ਦਿੰਦਾ। ਉਹਨੇ ਪੂਨੇ ਕਿਸਮ ਦੇ ਗੰਨੇ ਗੁਰੂ ਸਾਹਿਬ ਨੂੰ ਲਿਆ ਕੇ ਦਿੱਤੇ, ਤੇ ਗੁਰੂ ਮਹਾਰਾਜ ਨੇ ਚੂਪ ਕੇ ਛਿੱਲਾਂ ਉਹਦੇ ਅੱਗੇ ਸੁੱਟੀਆਂ, ਤੇ ਕੁਛ ਭਾਈ ਮਤੀ ਦਾਸ ਅੱਗੇ ਸੁੱਟੀਆਂ। ਗੁਰੂ ਜੀ ਦੀਆਂ ਜੂਠੀਆਂ ਛਿੱਲਾਂ ਸੀਤ ਪ੍ਰਸ਼ਾਦ ਛਕ ਕੇ ਉਹ ਭੂਤ ਵੀ ਤਰਿਆ, ਤੇ ਭਾਈ ਮਤੀ ਦਾਸ ਵਿੱਚ ਸ਼ਕਤੀਆਂ ਆ ਗਈਆਂ। ਹੁਣ ਤੁਸੀਂ ਦੱਸੋ, ਇਹ ਤਾਂ ਹੁਣ ਪਤਾ ਲੱਗ ਗਿਆ ਆਪਾਂ ਨੂੰ, ਸਾਖੀ ਬਣ ਗਈ। ਇਸ ਤੋਂ ਇਲਾਵਾ ਕੀਤਾ ਕਿੰਨੇ ਕੁ, ਆ ਮਾਖੋਵਾਲ ਦਾ ਥੇ ਸੀਗਾ ਆਨੰਦਪੁਰ ਸਾਹਿਬ, ਮਾਖੋ ਦੈਂਤ ਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਤੇ ਇਉਂ ਕਈ ਜਿਹੜੀਆਂ ਅਵਗਤ ਰੂਹਾਂ ਨੇ, ਪਤਾ ਨਹੀਂ ਕਿੱਥੇ ਕਿੱਥੇ ਕਿਵੇਂ ਕਿਵੇਂ ਮਿਲਦੀਆਂ ਰਹੀਆਂ। ਇਸ ਲਈ ਹੇ ਵਾਹਿਗੁਰੂ, ਹੇ ਗੁਰੂ ਮਹਾਰਾਜ, ਕਿੰਨੀ ਸ੍ਰਿਸ਼ਟੀ ਤਾਂ ਦਿਸਦੀ ਹੈ ਜਿਹਦੇ ਬਾਰੇ ਸਾਨੂੰ ਜਾਣਕਾਰੀ ਹੈ। ਉਹ ਵੀ ਤੁਸੀਂ ਸੜਕ 'ਤੇ ਖਲੋ ਜਾਓ, ਸਵੇਰ ਤੋਂ ਸ਼ਾਮ ਤੱਕ ਨਵੀਆਂ ਤੋਂ ਨਵੀਆਂ ਮੂਰਤਾਂ ਦੇਖੋਗੇ, ਜਿਨ੍ਹਾਂ ਨੂੰ ਕਦੀ ਮਿਲੇ ਵੀ ਨਹੀਂ ਹੁੰਦੇ। ਉਹ ਆਪਾਂ ਨੂੰ ਦਰਸ਼ਨ ਦਿੰਦੇ ਨੇ। ਕਈ ਵਾਰ ਭੋਗਾਂ 'ਤੇ ਜਾਈਦਾ, ਤੇ ਹੈਰਾਨੀ ਹੁੰਦੀ ਹੈ ਕਿ ਆਪਾਂ ਅਰਦਾਸ ਕਰ ਰਹੇ ਹਾਂ, ਜਾਂ ਕਥਾ ਕਰ ਰਹੇ ਹਾਂ, ਜਾਂ ਕੀਰਤਨ 'ਚ ਜਾਂ ਸਮਾਗਮ 'ਚ ਹਾਜ਼ਰੀ ਪਾ ਰਹੇ ਹਾਂ, ਸਾਨੂੰ ਤਾਂ ਸਾਰੀ ਉਮਰ ਉਹ ਮਿਲਿਆ ਹੀ ਨਹੀਂ। ਮਤਲਬ ਇੰਨੀ ਸ੍ਰਿਸ਼ਟੀ ਰੱਬ ਨੇ ਬਣਾਈ ਹੈ। ਸ਼ਹਿਰਾਂ ਦਾ ਮਾਹੌਲ ਹੀ ਇਸ ਤਰ੍ਹਾਂ ਦਾ, ਗੁਆਂਢੀ ਭਾਵੇਂ ਰਹਿੰਦੇ ਹੋਣ, ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੋ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਵੇਖੋ ਸਭਨਾਂ ਦਾ ਮਾਲਕ ਹੈ, ਸਾਰਿਆਂ ਨੂੰ ਪੈਦਾ ਕਰ ਰਿਹਾ ਹੈ, ਸਾਰਿਆਂ ਦੀ ਪਾਲਣਾ ਕਰ ਰਿਹਾ ਹੈ, ਤੇ ਸਾਰਿਆਂ ਦਾ ਖਿਆਲ ਰੱਖ ਰਿਹਾ। ਇਸ ਲਈ ਉਹਦੇ ਗੁਣਾਂ ਨੂੰ ਆਪਾਂ ਕਿਵੇਂ ਗਾ ਸਕਦੇ ਹਾਂ। ਕਿੰਨੇ ਮਹਾਰਾਜ ਨੇ ਬਾਣੀ ਦੁਆਰਾ ਤਾਰੇ ਨੇ, ਕਿੰਨਿਆਂ ਨੂੰ ਤਾਰ ਰਿਹਾ, ਕਿੰਨੇ ਬ੍ਰਹਮ ਗਿਆਨੀ ਬਣਾਏ ਨੇ, ਕਿੰਨਿਆਂ ਦੀ ਕਿਰਪਾ ਹੈ, ਕੌਣ ਕਹਿ ਸਕਦਾ ਹੈ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਕੋ, ਤੂੰ ਠਾਕੁਰ ਊਚ ਭਗਵਾਨ। ਨਾਨਕ ਉਦਰੇ ਜਪ ਹਰੇ, ਸਭੂ ਕਾ ਸੁਆਮੀ ਰਾਮ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਹੇ ਪਰਮੇਸ਼ਰ, ਤੂੰ ਸਾਰਿਆਂ ਦਾ ਮਾਲਕ ਹੈ। ਹੇ ਹਰੀ, ਆਪ ਦਾ ਨਾਮ ਜਪ ਕੇ
ਬੇਅੰਤ ਗੁਰਮੁਖ ਜਨ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਤਰ ਰਹੇ ਹਨ। ਰਸ ਭਿੰਨੜੇ ਆਪਣੇ RAM ਸੰਗੇ। ਸੋ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਨੇ ਮਨ ਗੁਰੂ ਜੀ ਦੇ ਚਰਨਾਂ 'ਚ ਜੁੜ ਗਏ ਹਨ, ਉਹ ਆਪਣੇ RAM ਦੇ ਨਾਲ, ਪਰਮੇਸ਼ਰ ਦੇ ਨਾਲ ਪ੍ਰੇਮ ਦੇ ਵਿੱਚ ਭਿੱਜ ਗਏ ਨੇ। ਹਰ ਪ੍ਰੇਮ ਬਾਣੀ ਬਨ ਮਾਰਿਆ, ਅਨਿਆਲੇ ਅਣੀਆਂ RAM ਰਾਜੇ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਸੋ ਇਸ ਤਰ੍ਹਾਂ ਇਹ ਵਾਹਿਗੁਰੂ ਆਪ ਦੇ ਪ੍ਰੇਮ ਜੋ ਭਿੱਜ ਗਏ ਨੇ, ਸੇ ਲੋਇਣ ਨੀਕੇ RAM। RAM ਹੈ ਭਾਈ ਜਿਨ੍ਹਾਂ ਦੇ ਪ੍ਰਤੱਖ ਨੇਤਰ ਜਾਂ ਮਨ ਬੁੱਧ ਰੂਪ ਨੇਤਰ ਆਪ ਦੇ ਪਰਮੇਸ਼ਰ ਨਾਲ ਪ੍ਰੇਮ 'ਚ ਭਿੱਜ ਗਏ, ਉਹਨਾਂ ਦੇ ਪ੍ਰਤੱਖ ਸੱਜੇ ਖੱਬੇ ਨੇਤਰ ਜਾਂ ਮਨ ਬੁੱਧ ਰੂਪ ਨੇਤਰ ਅੱਛੇ ਚੰਗੇ ਹੋ ਗਏ, ਜਾਂ ਮਨ ਬੁੱਧ ਰੂਪ ਨੇਤਰ ਚੰਗੇ ਗੁਣਾਂ ਵਾਲੇ ਹੋ ਗਏ ਹਨ। ਪ੍ਰਭ ਪੇਖਤ ਇੱਛਾ ਪੁੰਨੀਆ। ਪ੍ਰਭੂ ਜੀ ਦੇ ਦਰਸ਼ਨ ਕਰਦਿਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ। ਕਈ ਵਾਰ ਵਿਦਵਾਨ ਕਥਾਵਾਚਕ ਪ੍ਰਚਾਰਕ ਸਿੰਘ ਅਨਪੋਲ ਹੀ ਇਹ ਗੱਲ ਸਟੇਜ ਤੋਂ ਕਰ ਦਿੰਦੇ ਹਨ ਕਿ ਸੰਗਤ ਜੀ, ਗੁਰੂ ਘਰ ਆਉਣ ਦਾ ਤੁਹਾਡਾ ਕੋਈ ਲਾਭ ਨਹੀਂ ਹੈ। ਕਿਉਂ ਨਹੀਂ ਲਾਭ? ਕਿਉਂਕਿ ਤੁਸਾਂ ਨੇ ਬਾਣੀ ਨੂੰ ਕਮਾਇਆ ਨਹੀਂ, ਜਾਂ ਸੁਣਿਆ ਨਹੀਂ, ਜਾਂ ਪੜ੍ਹਿਆ ਨਹੀਂ। ਤੋ ਮਹਾਰਾਜ ਕਹਿੰਦੇ ਨੇ ਭਾਈ ਜਿਨ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਹੀ ਕਰ ਲਏ, ਮਹਾਰਾਜ ਸੱਜਣ ਸਤਿਗੁਰਾਂ ਦੇ ਨਾਲ ਮਿਲ ਹੀ ਗਏ ਹਨ, ਨਮਸਕਾਰ ਹੀ ਕਰ ਲਈ ਹੈ, ਇੰਨਾ ਹੀ ਬਹੁਤ ਹੈ। ਇੰਨੀ ਠੰਡ 'ਚ ਤਾਂ ਉੱਠ ਕੇ ਨਹਾਉਣਾ ਹੀ ਬੜਾ ਔਖਾ। ਫਿਰ ਕਈਆਂ ਨੂੰ ਮੈਂ ਵੇਖਿਆ ਨੰਗੇ ਪੈਰੀ, ਮੈਂ ਹਰੇਕ ਨੂੰ ਬੇਨਤੀ ਕਰਦਾ ਹੁੰਦਾ ਭਾਈ ਜੁੱਤੀ ਪਾ ਲਿਆ ਕਰੋ। ਇਹ ਹੱਥ ਬੰਨ੍ਹ ਕੇ ਬੇਨਤੀ ਸੰਗਤਾਂ ਵੀ ਨੰਗੇ ਪੈਰ ਨਾ ਆਇਆ ਕਰੋ। ਕਈ ਵਾਰ ਕੋਈ ਸੱਟ ਪੇਟ ਰੱਬ ਨਾ ਕਰੇ ਉਹ ਫਿਰ ਵਿਘਨ ਪਊਗਾ। ਤੋ ਜੋੜੇ ਘਰ ਹਰੇਕ ਗੁਰਦੁਆਰੇ 'ਚ ਸੰਗਤਾਂ ਦੀ ਸੇਵਾ ਲਈ ਇਸੇ ਲਈ ਬਣਾਏ ਜਾਂਦੇ ਨੇ ਕਿ ਸੰਗਤਾਂ ਜੋੜਾ ਪਾ ਕੇ ਆਉਣ। ਅਤੇ ਜੋੜੇ ਤੋਂ ਬਗੈਰ ਕਈ ਗੁਰਮੁਖ ਨੰਗੇ ਪੈਰੀ ਹੀ ਆਉਂਦੇ ਹਨ। ਇੰਨੀ ਠੰਡ ਦੇ ਵਿੱਚ ਆਉਣਾ ਕਿਹੜਾ ਸੌਖਾ, ਮੱਥਾ ਟੇਕਣਾ ਹੀ ਬੜਾ ਵੱਡਾ ਪ੍ਰੋਜੈਕਟ ਹੈ। ਬੈਠ ਕੇ ਸੁਣਨ ਵਾਲੇ ਤਾਂ ਭਾਗਾਂ ਵਾਲੇ ਹਨ। ਅਤੇ ਇਸ ਲਈ ਜਿਹੜਾ ਆ ਕੇ ਦਰਸ਼ਨ ਹੀ ਕਰ ਲੈਣੇ ਹਨ, ਮਹਾਰਾਜ ਨੂੰ ਮਿਲ ਹੀ ਪੈਣਾ, ਇਹਦੇ ਨਾਲ ਹੀ ਕਹਿੰਦੇ ਇੱਛਾ ਪੂਰੀਆਂ ਹੋ ਜਾਂਦੀਆਂ। ਅਤੇ ਜਿਹੜੇ ਕਮਾਈ ਕਰਦੇ ਨੇ, ਸੁਣਦੇ ਨੇ, ਉਹਨਾਂ ਨੂੰ ਕਿੰਨੀਆਂ ਦਾਤਾਂ ਮਿਲਦੀਆਂ, ਉਹਨਾਂ ਬਾਰੇ ਤਾਂ ਕੋਈ ਅਸੀਂ ਕੁਛ ਕਹਿ ਨਹੀਂ ਸਕਦੇ। ਸ੍ਰੀ ਅਮਰਦਾਸ ਪਰਸੀਆ, ਧੰਨ ਗੁਰੂ ਅਮਰਦਾਸ ਮਹਾਰਾਜ। ਪੱਟਾਂ ਦੀ ਸਵਈਆਂ ਵਿੱਚ ਵੇਖੋ ਸ਼ਰਧਾ। ਗੁਰੂ ਅਮਰਦਾਸ ਪਰਸੀਐ, ਪਰਸੀ ਦਾ ਹੱਥਾਂ ਦੇ ਨਾਲ ਦਰਸ਼ਨ ਅੱਖਾਂ ਨਾਲ ਕਰੀਦੇ ਨੇ। ਗੁਰੂ ਅਮਰਦਾਸ ਪਰਸੀਐ, ਪੋਹਮ ਪਾਤਕ ਵਿਨਾਸੈ। ਉਹ ਧਰਤੀ ਦੇ ਪਾਪ ਨਸ ਜਾਂਦੇ ਨੇ, ਜਾਂ ਸਰੀਰ ਰੂਪ ਧਰਤੀ ਦੇ ਪਾਪ ਨਾਸ਼ ਹੋ ਜਾਂਦੇ। ਗੁਰੂ ਅਮਰਦਾਸ ਪਰਸੀਐ, ਸਿੱਧ ਸਾਧਕੀ ਆਸਾਸੈ। ਸਾਰੇ ਹੀ ਚਾਹੁੰਦੇ ਨੇ ਸਿੱਧ ਕੀ, ਸਾਧਕ ਜਗਿਆਸੂ ਕੀ। ਗੁਰੂ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ। ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਦੇ ਚਰਨ ਪਰਸਣ ਤੋਂ। ਜ਼ਰੂਰੀ ਨਹੀਂ ਵੀ ਬੋਲਣ ਤੋਂ ਮਨ ਟਿਕੇ। ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਮਨ ਇਕਾਗਰਤਾ ਦੇ ਵਿੱਚ ਆ ਜਾਂਦਾ। ਕਿਸੇ ਬ੍ਰਹਮ ਗਿਆਨੀ ਨੂੰ ਹੀ ਦੇਖ ਲਈਏ ਤਾਂ ਸੁਤੇ ਸਿੱਧ ਮਨ ਜੁੜ ਜਾਂਦਾ ਹੈ। ਤੋ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਅਤੇ ਗੁਰੂ ਤੋਂ ਵੱਡਾ ਕੌਣ ਬ੍ਰਹਮ ਗਿਆਨੀ ਹੈ ਭਾਈ? ਰੱਬ ਦੇ ਦਰਸ਼ਨ ਕਰਨੇ ਕਿੰਨੀ ਵੱਡੀ ਬਾਤ ਹੈ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੀ ਭਾਗਾਂ ਵਾਲਿਆਂ ਨੂੰ ਹੁੰਦੇ ਨੇ। ਗੁਰ ਪੂਰਾ ਭੇਟਿਓ ਵਡਭਾਗੀ। ਭੇਟੋ ਨਾਮ ਹੈ ਮਿਲਣ ਦਾ, ਵੱਡੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਪੂਰਬ ਕਰਮ ਅੰਕੁਰ ਜਗ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਵਾਰ ਮੈਂ ਸੋਚਦਾ ਹੁੰਦਾ ਕਿ ਕੌਡਾ ਰਾਖਸ਼, ਮੇਰਾ ਖਿਆਲ ਨਹੀਂ ਵੀ ਉਹ ਗੁਰਦੁਆਰੇ ਗਿਆ ਹੋਵੇ, ਜਾਂ ਉਹਨੂੰ ਗੁਟਕਾ ਫੜ ਕੇ 5 ਬਾਣੀਆਂ ਪੜ੍ਹੀਆਂ ਹੋਣ। ਜਪਜੀ ਸਾਹਿਬ ਉਹਨੇ ਕਿਹਦੇ ਕੋਲ ਸਿੱਖਿਆ ਹੋਊਗਾ? ਕੌਡਾ ਰਾਖਸ਼ ਵੇਖੋ ਮਹਾਰਾਜ ਦੇ ਦਰਸ਼ਨ ਕਰਕੇ ਹੀ ਤਰ ਗਿਆ। ਦੱਸੋ ਤਰਿਆ ਕਿ ਨਹੀਂ ਤਰਿਆ? ਜਿਹੜਾ ਬਲੀ ਕੰਧਾਰੀ ਸੀਗਾ, ਉਹਨੂੰ ਕੀ ਪਤਾ? ਉਹਨੂੰ ਮਹਾਰਾਜ ਦਾ ਪਤਾ ਹੀ ਨਹੀਂ ਸੀ। ਉਹ ਕਿਤੇ ਗੁਰਦੁਆਰੇ ਆਏ ਹੀ ਨਹੀਂ। ਇਹ ਸਾਰੇ ਮਾੜੀ ਬੁੱਧੀ ਵਾਲੇ ਸਨ, ਪੁੱਠੀ ਮੱਤ ਵਾਲੇ।
ਜਿਨ੍ਹਾਂ ਗੁਰੂ ਮਹਾਰਾਜ ਨੂੰ ਮਾਰਨ ਦਾ ਯਤਨ ਕੀਤਾ। ਸੱਜਣ ਠੱਗ ਵਰਗੇ ਵੇਖੋ, ਸਾਰੀ ਉਮਰ ਠੱਗੀਆਂ ਮਾਰਦੇ ਰਹੇ। ਇਹੋ ਜਿਹਿਆਂ ਨੂੰ ਮਹਾਰਾਜ ਨੇ ਤਾਰਤਾ। ਅਤੇ ਜਿਹੜੇ ਰੋਜ਼ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਅਤੇ ਮਹਾਰਾਜ ਦਾ ਬਚਨ ਮੰਨਦੇ, ਜਪਜੀ ਸਾਹਿਬ ਦਾ ਪਾਠ ਕਰਦੇ, ਤੁਸੀਂ ਦੱਸੋ ਇਹਦਾ ਜਵਾਬ ਦਿਓ। ਜਾਂ ਜਿਹੜੇ ਗੱਲ ਕਹਿੰਦੇ ਵੀ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ ਹੈ ਖੰਡ ਪਾਠ ਦਾ, ਸਹਿਜ ਪਾਠ ਦਾ, ਅਤੇ ਮਹਾਰਾਜ ਦਾ ਕਹਿੰਦੇ ਵੀ ਦਰਸ਼ਨ ਹੀ ਭਾਗਾਂ ਵਾਲੇ ਕਰਦੇ ਹਨ, ਅਤੇ ਦਰਸ਼ਨਾਂ ਦੇ ਨਾਲ ਹੀ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਅਤੇ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਧਿਆਨ ਲਹੀਆ ਉਹ ਮੁੱਕੈ, ਮੁਕਤੀ ਪ੍ਰਾਪਤ ਕਰ ਲੈਂਦਾ ਜਿਹੜਾ ਮਹਾਰਾਜ ਦੇ ਦਰਸ਼ਨ ਪਰਸਨ ਕਰਦਾ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕੈ। ਇੱਕ ਬਿਨ ਦੋ ਗਣ ਜੋ ਤੋ ਰਹਿ, ਜਾਸ ਮੰਤਰ ਮਾਨਵੈ ਲਹੈ। ਜਾਲਪਾ ਪਦਾਰਥ ਇਤੜੇ, ਜਲ ਭੱਟ ਦਾ ਸਵਈਆ ਕਿ ਇੰਨੇ ਪਦਾਰਥ ਜੋ ਮੈਂ ਤੁਹਾਨੂੰ ਦੱਸੇ ਨੇ ਗੁਰੂ ਅਮਰਦਾਸ ਡਿਠੈ ਮਿਲੈ, ਇਹ ਤਾਂ ਗੁਰੂ ਅਮਰਦਾਸ ਦੇ ਦਰਸ਼ਨ ਕਰਨ ਤੋਂ ਹੀ ਮਿਲ ਜਾਂਦੇ ਨੇ। ਅਤੇ ਜਿਹੜੇ ਕਮਾਈ ਕਰਦੇ, ਸੇਵਾ ਕਰਦੇ, ਉਹਨਾਂ ਨੂੰ ਕਿੰਨੀਆਂ ਦਾਤਾਂ ਮਿਲਦੀਆਂ, ਉਹ ਮੇਰੀ ਸਮਝ ਤੋਂ ਬਾਹਰ ਹੈ। ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ। ਅਮੈ ਦ੍ਰਿਸ਼ਟ ਸੁਭ ਕਰੈ, ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਐਹਨਿਸ ਸਹਿਜ ਸੁਭਾਏ। ਅਗਲੀ ਪੰਕਤੀ ਦੀ ਅਰਥ ਮੈਂ ਨਹੀਂ ਕਰੂੰਗਾ, ਗੁਰੂ ਕੈ। ਆਪ ਜੀ ਵੇਖੋ ਅਰਥ ਨੂੰ ਸਮਝਿਓ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਇਹਦੇ ਅਰਥ ਆਪ ਸਮਝਦੇ ਹੋ। ਦਰਸ਼ਨ ਅੱਖਾਂ ਦੇ ਨਾਲ ਅਤੇ ਪਰਸੀ ਦਾ ਮੱਥੇ ਦੇ ਨਾਲ, ਹੱਥਾਂ ਨਾਲ। ਵੇਖੋ ਸਭ ਤੋਂ ਵੱਡਾ ਜੰਮਣ ਮਰਨ ਦੁੱਖ ਵੀ ਚਲਿਆ ਜਾਂਦਾ, ਬਾਕੀ ਗੱਲਾਂ ਦਾ ਬਾਅਦ ਦੀਆਂ ਹਨ, ਸਭ ਛੋਟੀਆਂ ਨੇ। ਇਸ ਲਈ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤੁਸੀਂ ਮਹਾਰਾਜ ਨੂੰ ਵੇਖੋ ਜ਼ਰੂਰ, ਗੁਰੂ ਸਾਹਿਬ ਦੇ ਦਰਸ਼ਨ ਲਾਜ਼ਮੀ ਕਰੋ। ਪ੍ਰਭ ਪੇਖਤ ਇੱਛਾ ਪੁੰਨੀਆ। ਵਾਹਿਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰ ਸਾਰੀਆਂ ਇੱਛਾਵਾਂ ਕਾਮਨਾਵਾਂ ਪੂਰੀਆਂ ਸਾਡੀਆਂ ਤਾਂ ਹੋ ਗਈਆਂ ਨੇ, ਅਤੇ ਤੁਸੀਂ ਵੀ ਆਪ ਦੀਆਂ ਪੂਰੀਆਂ ਕਰ ਲਓ। ਬੰਦਾ ਸਿੰਘ ਬਹਾਦਰ ਵੇਖੋ, ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦਾ ਹੋ ਕੇ ਰਹਿ ਗਿਆ। ਮਿਲ ਸਾਜਨ ਜੀ ਕੇ ਰਾਮ। ਜਦ ਹਿਰਦੇ ਦੇ ਪਿਆਰੇ ਰਮੇ ਹੋਏ ਸੱਜਣ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮੈਨੂੰ ਮਿਲੋ, ਤਾਂ ਪਰਮੇਸ਼ਰ ਦੇ ਸਰਗੁਣ ਸਰੂਪ 'ਚ ਜਿਸ ਤਰ੍ਹਾਂ ਧੰਨੇ ਨੇ ਦਰਸ਼ਨ ਕੀਤੇ, ਇਉਂ ਪ੍ਰਤੱਖ ਦਰਸ਼ਨ ਵੇਖਦੇ ਆ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਜਾਂ ਇਸੇ ਪ੍ਰਕਾਰ ਮਿਲ ਪ੍ਰਭ ਪੇਖਤ ਇੱਛਾ ਪੁੰਨੀਆ। ਪਰਮੇਸ਼ਰ ਦੇ ਨਿਰਗੁਣ ਸਰੂਪ ਦੇ ਪਰੋਖ ਅਪਰੋਖ ਜਾਂ ਵੈਰਾਗ ਵਿਵੇਕ ਜਾਂ ਮਨ ਬੁੱਧ ਰੂਪ ਨੇਤਰਾਂ ਨਾਲ ਦਰਸ਼ਨ ਵੇਖਦਿਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਜਦ ਵਾਹਿਗੁਰੂ ਜੀ ਦੀ ਜੋਤ ਦੇ ਦਰਸ਼ਨ ਹੋ ਗਏ ਤਾਂ ਸਭ ਕਾਮਨਾਵਾਂ ਪੂਰੀਆਂ ਹੋ ਗਈਆਂ। ਮਿਲ ਸਾਜਨ ਜੀ ਕੇ ਰਾਮ। ਔਰ ਜੋ ਸੱਜਣ ਪਰਮੇਸ਼ਰ ਜੀ ਦੇ ਚਰਨਾਂ 'ਚ ਮਿਲਣ ਲਈ ਬੇਨਤੀਆਂ ਕੀਤੀਆਂ ਸਨ, ਉਹ ਵੀ ਪੂਰੀਆਂ ਹੋ ਗਈਆਂ। ਅੰਮ੍ਰਿਤ ਰਸ ਹਰ ਪਾਇਆ। ਅਸਾਂ ਨੇ ਅੰਮ੍ਰਿਤ ਦਾ ਸਵਾਦ ਪਾ ਲਿਆ ਹੈ। ਅੰਮ੍ਰਿਤ ਕੀ ਹੈ? ਖੰਡੇ ਬਾਟੇ ਦਾ ਪ੍ਰਤੱਖ ਅੰਮ੍ਰਿਤ, ਜਾਂ ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਦਾ ਰਸ ਪ੍ਰਾਪਤ ਕੀਤਾ ਹੈ। ਵੇਖਿਆ ਰਸ ਫੀਕੇ ਰਾਮ। ਰਾਮ ਹੈ ਭਾਈ, ਜਦੋਂ ਦਾ ਅੰਮ੍ਰਿਤ ਛਕਿਆ ਉਦੋਂ ਦਾ ਵਿਸ਼ਿਆਂ ਦੇ ਰਸ ਫਿੱਕੇ ਲੱਗਦੇ ਪਏ ਹਨ। ਜਿਨ੍ਹਾਂ ਅੰਮ੍ਰਿਤ ਛਕ ਲਿਆ ਅਤੇ ਉਹਨਾਂ ਨੂੰ ਨਸ਼ਿਆਂ ਵਿਸ਼ਿਆਂ ਦੇ ਰਸਾਂ ਦਾ ਕੀ ਸਵਾਦ ਆਉਂਦਾ? ਕੁਛ ਵੀ ਨਹੀਂ। ਸੋ ਇਸੇ ਤਰ੍ਹਾਂ ਮਾਇਆ ਦਾ ਜਿਹੜਾ ਜ਼ਹਿਰੀਲੀ ਮਾਇਆ ਦਾ, ਉਹਦਾ ਕੀ ਰਸ? ਮਾਇਆ ਕਾ ਰੰਗ ਸਾ ਫਿੱਕਾ ਜਾਤੋ ਬਿਨ ਸਿੰਦਾਨ। ਇਉਂ ਮਹਾਰਾਜ ਦੇ ਨਾਮ ਰਸ ਵਿੱਚ ਉਹ ਮਸਤ ਹੋ ਗਏ। ਅੰਮ੍ਰਿਤ ਰਸ
ਹਰ ਕੀਰਤਨੋਂ, ਜਿਨ੍ਹਾਂ ਨੂੰ ਹਰੀ ਦੇ ਕੀਰਤਨ ਦਾ ਰਸ ਆ ਗਿਆ ਅੰਮ੍ਰਿਤ ਵਰਗਾ, ਉਹਨਾਂ ਨੂੰ ਗੰਦੇ ਮੰਦੇ ਗਾਣਿਆਂ ਦਾ ਬੜਾ ਕੀ ਰਸ ਆਉਣਾ ਹੋਇਆ। ਤੋ ਇਸ ਲਈ ਜੋ ਮਹਾਰਾਜ ਦੇ ਕਥਾ ਕੀਰਤਨ ਦਾ ਰਸ ਹੈ ਉਹ ਪ੍ਰਤੱਖ ਗਾਉਣ ਵਜਾਉਣ ਦੇ ਵਿੱਚ ਨਹੀਂ ਹੈ। ਨਾਨਕ ਜਲ ਜਲ ਹੈ ਸਮਾਇਆ। ਇਸ ਲਈ ਸਾਰੇ ਫੈਂਕ ਦੇਣ ਵਾਲੇ ਝੂਠੇ ਪ੍ਰਤੀਤ ਹੁੰਦੇ ਨੇ। ਸਾਹਿਬ ਕਥਨ ਕਰਦੇ ਨੇ ਕਿ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਜੋਤੀ ਜੋਤ ਮੀਕੇ RAM। ਜਿਵੇਂ ਗੁਰੂ ਸਾਹਿਬ ਕਥਨ ਕਰਦੇ ਨੇ ਕਿ ਗੁਰਮੁਖ ਜਨਾਂ ਦੀ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਦੇ ਵਿੱਚ ਪ੍ਰਤੱਖ ਜੋਤ ਮਿਲ ਜਾਂਦੀ ਹੈ। ਸੋ ਜਿਵੇਂ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ 'ਚ ਸਮਾ ਜਾਂਦਾ, ਮਿਲ ਜਾਂਦਾ, ਭਾਵ ਸਮੁੰਦਰ ਦਾ ਹੀ ਰੂਪ ਹੋ ਜਾਂਦਾ, ਤਿਵੇਂ ਜਿਹੜਾ ਜੀਵ ਭਾਵ ਸੀ ਇਹ ਨਦੀ ਦੇ ਜਲ ਦੀ ਤਰ੍ਹਾਂ ਪ੍ਰਤੱਖ ਚੇਤਨ ਸੀ, ਜੋ ਸਮੁੰਦਰ ਦੇ ਪਾਣੀ ਦੀ ਨਿਆਈ ਅਦਵੈਤ ਰੂਪ ਬ੍ਰਹਮ 'ਚ ਸਮਾ ਜਾਂਦਾ, ਮਿਲ ਜਾਂਦਾ। ਜਿਵੇਂ ਦੀਵੇ ਦੀ ਜੋਤ ਸੂਰਜ ਦੀ ਰੋਸ਼ਨੀ 'ਚ ਮਿਲ ਜਾਂਦੀ, ਇੰਜ ਦੀਵੇ ਦੀ ਜੋਤ ਵਾਂਗ ਤਵੰਗ ਪਾਦਾ ਲਾਖਰ ਸੂਰਜ ਰੂਪ ਬ੍ਰਹਮ ਦੀ ਜੋਤੀ 'ਚ ਮਿਲ ਜਾਂਦੇ। ਪਾ ਤਤਵੰਗ ਪਾਦੀ ਲਾਖਰ ਦੀ ਏਕਤਾ ਹੋ ਜਾਂਦੀ ਤੇ ਮੀਕੇ ਇੱਕੋ ਰੂਪ ਹੋ ਜਾਂਦੇ ਹਨ। ਸੋ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਥੇ ਬਿਲਾਵਲ ਰਾਗ ਦੀ ਵਿੱਚ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਕਥਾ ਸੰਪੂਰਨ ਹੋਈ ਹੈ। ਕੱਲ੍ਹ ਨੂੰ ਬਿਲਾਵਲ ਦੀ ਵਾਰ ਪ੍ਰਾਰੰਭ ਹੋਵੇਗੀ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਅੱਗੇ ਤੋਂ ਸਮਤ ਬਖਸ਼ਣੀ। ਹਰ ਰਸ ਅੰਮ੍ਰਿਤ ਪਾਇਆ। ਆ ਰਸ ਨਹੀਂਗਾ, ਅੰਮ੍ਰਿਤ ਰਸ। ਅੰਮ੍ਰਿਤ ਰਸ ਹਰ ਪਾਇਆ। ਵਿਖਿਆ ਰਸ ਫੀਕੇ RAM, ਨਾਨਕ ਜਲ ਜਲ ਹੈ ਸਮਾਇਆ। ਜੋਤੀ ਜੋਤ ਮੀਕੇ RAM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ। ਸਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਦੇਰਾ ਕਾਰਜ ਸਭ ਸਵਾਰਣਾ। ਸਭਨਾ ਰਤ ਸੁਆਮੀ ਸੋ ਕਿਉ ਮਨੋ ਵਿਸਾਰੇ।